जेड़ा वेख लेंदा यार तो ओ जिंद वारदा घट रब तो नजारा नहीं जे साडे यार दा। मैं एक राजा हूँ तू एक रानी है, मैं एक राजा हूँ। आज झलका है खुशियों से दिल का पैमाना तेरे लिए, कोई नजराना लेकर आया हूँ मैं दीवाना तेरे लिए। लगी वाले ते कदे नहीं सौंदे, नी तेरी किवें आँख लग गई। ये भीगी रात ये भीगा बदन ये हुस्न का आलम, ये सब अंदाज मिलकर दो जहां को लूट जाएंगे। ਸੰਗੀਤ ਨੂੰ ਰੂਹ ਦੀ ਖੁਰਾਕ ਮੰਨਿਆ ਜਾਂਦਾ ਹੈ ਤੇ ਇਹ ਖੁਰਾਕ ਕੁਝ ਲੋਕਾਂ ਲਈ ਇੰਨੀ ਜ਼ਰੂਰੀ ਹੋ ਜਾਂਦੀ ਹੈ। ਇਸ ਖੁਰਾਕ ਦੇ ਨਾਲ ਕੁਝ ਲੋਕਾਂ ਦਾ ਇੰਨਾ ਪਿਆਰ ਵੱਧ ਜਾਂਦਾ ਹੈ ਕਿ ਚਾਹੇ ਉਹ ਉਹਨਾਂ ਦਾ ਕਿੱਤਾ ਕੋਈ ਹੋਰ ਹੋਵੇ ਪਰ ਉਹ ਇਸ ਸ਼ੌਂਕ ਨੂੰ ਜਿਹੜਾ ਹੈ ਨਾਲ ਦੀ ਨਾਲ ਬਰਕਰਾਰ ਰੱਖਦੇ ਨੇ। ਹਾਲਾਂਕਿ ਅੱਜ ਦੇ ਦੌਰ ਦੇ ਵਿੱਚ ਸੰਗੀਤ ਦਾ ਜਿਹੜਾ ਹੈ ਉਹ ਬਿਲਕੁਲ ਚੇਂਜ ਹੋ ਚੁੱਕਿਆ। ਪੱਛਮੀ ਸੱਭਿਅਤਾ ਦਾ ਜਿਹੜੇ ਮਿਊਜ਼ੀਕਲ ਇੰਸਟਰੂਮੈਂਟਸ ਵੀ ਨੇ ਉਹ ਵੀ ਆ ਚੁੱਕੇ ਨੇ, ਇਲੈਕਟ੍ਰੋਨਿਕ ਹੋ ਚੁੱਕਿਆ ਹੈ। ਕਲਾਸੀਕਲ ਲੋਕ ਘੱਟ ਸੁਣਦੇ ਨੇ। ਪਰ ਅੱਜ ਤੁਹਾਨੂੰ ਜਿਸ ਸ਼ਖਸੀਅਤ ਦੇ ਨਾਲ ਅਸੀਂ ਮਿਲਾਉਣ ਜਾ ਰਹੇ ਹਾਂ, ਰਾਜੇਸ਼ ਭਗਤ ਜੀ ਅੰਮ੍ਰਿਤਸਰ ਤੋਂ ਨੇ, ਜਿਨ੍ਹਾਂ ਦੇ ਵੱਲੋਂ ਕਲਾਸੀਕਲ ਸੰਗੀਤ ਜਿਹੜਾ ਉਹ ਪੇਸ਼ ਕੀਤਾ ਜਾਂਦਾ ਹੈ। ਹਾਲਾਂਕਿ ਪ੍ਰੋਫੈਸ਼ਨਲੀ ਉਹ ਇੰਜੀਨੀਅਰ ਨੇ ਪਰ ਮੁਹੰਮਦ ਰਫੀ ਸਾਹਿਬ ਦੇ ਬਹੁਤ ਵੱਡੇ ਮੈਂ ਕਹਿ ਸਕਦਾ ਕਿ ਉਹਨਾਂ ਨੂੰ ਚਾਹਣ ਵਾਲੇ ਉਹ ਇਨਸਾਨ ਨੇ ਔਰ ਮੁਹੰਮਦ ਰਫੀ ਸਾਹਿਬ ਦੇ ਗੀਤਾਂ ਦੇ ਨਾਲ ਉਹਨਾਂ ਦੇ ਕੋਲ ਬਹੁਤ ਸਾਰਾ ਖਜ਼ਾਨਾ ਵੀ ਭਰਿਆ ਹੋਇਆ। ਸਾਡੇ ਨਾਲ ਰਾਜੇਸ਼ ਭਗਤ ਜੀ ਨੇ। ਭਗਤ ਜੀ ਪਹਿਲਾਂ ਤੁਹਾਡਾ ਹਮਦਰਦ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ, ਥੈਂਕ ਯੂ ਸਰ। ਰਾਜੇਸ਼ ਜੀ, ਬਹੁਤ ਸਾਰੀਆਂ ਵੀਡੀਓਜ਼ ਆ ਲੋਕਡਾਊਨ ਦੇ ਵਿੱਚ ਜਿਹੜੀਆਂ ਤੁਹਾਡੀਆਂ ਸਾਹਮਣੇ ਆਈਆਂ, ਮੁਹੰਮਦ ਰਫੀ ਸਾਹਿਬ ਦੇ ਤੁਸੀਂ ਬਹੁਤ ਸਾਰੇ ਗੀਤ ਗਜ਼ਲਾਂ ਪੇਸ਼ ਕਰਦੇ ਹੋ। ਇਹ ਸ਼ੌਂਕ ਪਹਿਲਾਂ ਤਾਂ ਮੈਂ ਜਾਣਨਾ ਚਾਹੂੰਗਾ ਤੁਹਾਡਾ ਆਪਣਾ ਕਿੱਤਾ ਕੀ ਹੈ? ਮੈਂ ਸਰ ਆਲ ਇੰਡੀਆ ਰੇਡੀਓ ਦੇ ਵਿੱਚ ਮੈਂ ਆਫਿਸਰ ਹਾਂ। ਮੈਂ ਇੰਜੀਨੀਅਰ ਹਾਂ ਬੇਸਿਕਲੀ ਮੈਂ, ਲੇਕਿਨ ਬਚਪਨ ਤੋਂ ਸੰਗੀਤ ਸੁਣਨ ਦਾ ਸ਼ੌਂਕ ਸੀ। ਮੇਰੇ ਫਾਦਰ ਸਾਹਿਬ ਬਹੁਤ ਅੱਛੇ ਪ੍ਰੋਫੈਸ਼ਨਲ ਨਹੀਂ ਪਰ ਇੱਕ ਸ਼ੌਕੀਆ ਗਾਉਂਦੇ ਸੀ, ਗਾਇਕ ਸਨ ਔਰ ਉਹ ਰਫੀ ਸਾਹਿਬ ਦੇ ਬਹੁਤ ਫੈਨ ਸਨ। ਔਰ ਘਰ ਦੇ ਵਿੱਚ ਉਹਨਾਂ ਕਰਕੇ ਫਿਰ ਮੈਨੂੰ ਵੀ ਸਾਰੀ ਫੈਮਿਲੀ ਨੂੰ, ਕਿਉਂਕਿ ਰੇਡੀਓ ਸੁਣਦੇ ਸੀ, ਉਦੋਂ ਰੇਡੀਓ ਦਾ ਜ਼ਮਾਨਾ ਸੀ। ਰੇਡੀਓ ਸੁਣਦਿਆਂ ਜਿੰਨੇ ਫਰਮਾਇਸ਼ੀ ਪ੍ਰੋਗਰਾਮ ਆਉਂਦੇ ਸੀ ਸਾਰੇ ਰੇਡੀਓ 'ਤੇ ਸੁਣਨੇ ਆ। ਫਿਰ ਗਾਣਾ ਜਿਹੜਾ ਸੁਣ ਕੇ ਜਦੋਂ ਆਉਣਾ ਫਿਰ ਉਹਨੂੰ ਲਿਖ ਕੇ ਯਾਦ ਕਰਨਾ। ਔਰ ਫਿਰ ਦੂਰਦਰਸ਼ਨ ਆ ਗਿਆ, ਦੂਰਦਰਸ਼ਨ 'ਤੇ ਚਿੱਤਰਹਾਰ ਫਿਲਮਾਂ ਪੁਰਾਣੀਆਂ ਆਉਣੀਆਂ, ਉਹਨਾਂ ਦੇ ਵਿੱਚ ਗੀਤ ਸੁਣਨੇ। ਇਸ ਤਰ੍ਹਾਂ ਸ਼ੌਕ ਪੈਂਦਿਆਂ ਇੰਨਾ ਕੁ ਸ਼ੌਕ ਵੱਧ ਗਿਆ ਕਿ ਮੈਂ ਇੱਕ ਵਾਰ ਜਦੋਂ ਗਾਣਾ ਸੁਣਦਾ ਸੀ ਮੈਨੂੰ ਪੂਰਾ ਯਾਦ ਹੋ ਜਾਂਦਾ ਸੀ। ਉਹ ਮੈਨੂੰ ਸੈਂਕੜੇ ਗਾਣੇ ਇਸ ਤਰ੍ਹਾਂ ਯਾਦ ਹੋ ਗਏ। ਫਿਰ ਮੈਨੂੰ ਸਿੱਖਣ ਦਾ ਸ਼ੌਂਕ ਵੀ ਆ। ਫਿਰ ਸਕੂਲ ਲੈਵਲ 'ਤੇ ਬਾਲ ਸਭਾ ਦੇ ਵਿੱਚ ਗਾਉਂਦੇ ਸੀ, ਕਾਲਜ ਲੈਵਲ 'ਤੇ ਕੰਪੀਟੀਸ਼ਨਾਂ ਦੇ ਵਿੱਚ ਗਾਣਾ। ਔਰ ਫਿਰ ਮੈਨੂੰ ਲੱਗਾ ਕਿ ਇਹਨੂੰ ਮੈਂ ਸ਼ੌਕ ਨੂੰ ਬਰਕਰਾਰ ਰੱਖਣ ਲਈ ਮੈਨੂੰ ਸਿੱਖਣਾ ਚਾਹੀਦਾ। ਮੈਂ ਕਲਾਸੀਕਲ ਮਿਊਜ਼ਿਕ ਮੈਂ ਸਿੱਖਿਆ। ਮੈਂ ਉਸ ਤੋਂ ਬਾਅਦ ਕਲਾਸੀਕਲ ਮਿਊਜ਼ਿਕ ਸਿੱਖ ਕੇ ਫਿਰ ਮੈਂ ਲਾਈਟ ਵੱਲ ਮੂਵ ਕੀਤਾ। ਔਰ ਲਾਈਟ ਦੇ ਵਿੱਚ ਮੈਨੂੰ ਸਭ ਤੋਂ ਵਧੀਆ ਆਪਸ਼ਨ ਲੱਗੀ ਕਿ ਮੈਂ ਰਫੀ ਸਾਹਿਬ ਦਾ ਫੈਨ ਸੀ ਤਾਂ ਮੈਂ ਰਫੀ ਸਾਹਿਬ ਨੂੰ ਗਾਵਾਂ। ਔਰ ਜਦ ਮੈਂ ਰਫੀ ਸਾਹਿਬ ਨੂੰ ਗਾਣਾ ਸ਼ੁਰੂ ਕੀਤਾ ਔਰ ਲੋਕਾਂ ਨੇ ਮਤਲਬ ਮੇਰਾ ਆਪਣਾ ਪਸੰਦ ਨਾ ਕਰਕੇ ਰਫੀ ਸਾਹਿਬ ਦਾ ਜ਼ਿਆਦਾ ਪਸੰਦ ਕੀਤਾ ਅਤੇ ਫਿਰ ਮੈਂ ਜ਼ਿਆਦਾਤਰ ਰਫੀ ਸਾਹਿਬ ਨੂੰ ਹੀ ਮੈਂ ਗਾਉਂਦਾ ਮੈਂ ਸਟੇਜਾਂ 'ਤੇ। ਜਿਵੇਂ ਤੁਸੀਂ ਦੱਸਿਆ ਤੁਹਾਡੇ ਫਾਦਰ ਸਾਹਿਬ ਵੀ ਗਾਉਂਦੇ ਸੀਗੇ, ਬਟ ਤੁਹਾਡੀ ਲਾਈਨ ਜਿਹੜੀ ਸੀਗੀ ਪ੍ਰੋਫੈਸ਼ਨਲ, ਤੁਸੀਂ ਸਟੱਡੀ ਵੀ ਇੰਜੀਨੀਅਰਿੰਗ ਕੀਤੀ ਹੈ ਔਰ ਟੈਕਨੀਕਲ ਫੀਲਡ ਦੇ ਵਿੱਚ ਤੁਸੀਂ ਦੱਸਿਆ, ਫਿਰ ਮਿਊਜ਼ਿਕ ਦੇ ਨਾਲ ਕਿਵੇਂ ਤਾਲਮੇਲ ਕਿਵੇਂ ਬਣਿਆ? ਸਰ ਐਕਚੁਅਲੀ ਮੇਰੇ ਫਾਦਰ ਸਾਹਿਬ ਤਾਂ ਚਾਹੁੰਦੇ ਸੀ ਕਿ ਮੈਂ ਇਸ ਫੀਲਡ 'ਚ ਨਾ ਜਾ, ਮੈਂ ਪ੍ਰੋਫੈਸ਼ਨਲੀ ਜਾਣਾ ਚਾਹੁੰਦਾ ਸੀ, ਮਿਊਜ਼ਿਕ ਦੇ ਸਿੰਗਰ ਬਣਨਾ ਚਾਹੁੰਦਾ ਸੀ। ਪਰ ਉਹ ਇਹੀ ਕਹਿੰਦੇ ਸੀ ਕਿ ਦੇਖੋ ਸ਼ੌਕੀਆ ਤੇ ਸਿੱਖਣਾ ਕਰੋ, ਗਾਓ ਵੀ, ਲੇਕਿਨ ਜੇ ਤੁਸੀਂ ਰੋਜ਼ੀ ਰੋਟੀ ਨੂੰ ਇਹਨੂੰ ਸਾਧਨ ਬਣਾਓ ਤਾਂ ਇਹਦੇ ਵਿੱਚ ਸਕੋਪ ਨਹੀਂ ਹੈ। ਅਤੇ ਤੁਸੀਂ ਆਪਣਾ ਮਤਲਬ ਰੋਜ਼ੀ ਰੋਟੀ ਵਾਸਤੇ ਜੋ ਵੀ ਹੈ ਤੁਸੀਂ ਫੀਲਡ ਜਿਹੜਾ ਚੁਣਨਾ, ਉਹਨਾਂ ਦੀ ਮਰਜ਼ੀ ਨਾਲ ਮੈਂ ਚੁਣਿਆ, ਉਹ ਤਾਂ ਰਿਹਾ ਹੀ। ਪਰ ਸ਼ੌਕੀਆ ਫਿਰ ਮੈਂ ਇਹਨੂੰ ਬਰਕਰਾਰ ਰੱਖਿਆ। ਔਰ ਹੁਣ ਵੀ ਮੈਂ ਰੂਟੀਨ ਦੇ ਵਿੱਚ ਸਾਡੇ ਜਿਹੜੇ ਨੇ ਉਹ ਸਟੇਜ ਸ਼ੋਜ਼ ਵਗੈਰਾ ਚੱਲਦੇ ਨੇ ਔਰ ਮੈਂ ਆਪਣਾ ਜਦੋਂ ਛੁੱਟੀ ਹੁੰਦੀ ਹੈ ਜਾਂ ਛੁੱਟੀ ਲੈ ਕੇ ਡਿਪਾਰਟਮੈਂਟ ਦੇ ਵਿੱਚ ਸਾਡੇ ਆਲ ਓਵਰ ਇੰਡੀਆ ਤਕਰੀਬਨ ਸ਼ੋਜ਼ ਵਗੈਰਾ ਚੱਲਦੇ ਨੇ
ਔਰ ਦੂਰਦਰਸ਼ਨ ਤੇ ਬਹੁਤ ਬਾਕੀ ਚੈਨਲਾਂ ਤੇ ਵੀ ਮੈਂ ਬਹੁਤ ਸਾਰਾ ਗਾਇਆ। ਔਰ ਫਿਰ ਮੈਨੂੰ ਇਹ ਹੁਣ ਲੋਕਡਾਊਨ ਦੇ ਦੌਰਾਨ ਇਹ ਲੱਗਾ ਕਿ ਜਿਸ ਤਰ੍ਹਾਂ ਹੁਣ ਸਭ ਲੋਕ ਘਰਾਂ ਦੇ ਵਿੱਚ ਨੇ ਔਰ ਮੇਰੇ ਕੋਲ ਵੀ ਟਾਈਮ ਹੈ, ਤੇ ਮੈਂ ਇਹਨੂੰ ਸੋਚਿਆ ਕਿ ਮੈਂ ਵੀ ਇਹ ਇੱਕ ਸੇਵਾ ਦਾ ਉਪਰਾਲਾ ਕਰਾਂ, ਕਿਉਂਕਿ ਸਾਡੇ ਬਹੁਤ ਸਾਰੇ ਜਿਹੜੇ ਨੇ ਇਹ ਭਗਤ ਜੀ, ਇਹ ਗੱਲਾਂ ਦਾ ਸਿਲਸਿਲਾ ਜਾਰੀ ਰਹੂਗਾ, ਪਰ ਮੈਂ ਚਾਹੂੰਗਾ ਵੀ ਇੱਕ ਛੋਟੀ ਜਿਹੀ ਝਲਕ ਇੱਕ ਪੰਜਾਬੀ ਮੁਹੰਮਦ ਰਫੀ ਸਾਹਿਬ ਦਾ ਕੋਈ ਗੀਤ ਸਾਨੂੰ ਜ਼ਰੂਰ ਸੁਣਾਓ। ਜੀ ਜ਼ਰੂਰ ਸੁਣੋ। ਸੋ ਤੁਸੀਂ ਵੀ ਸੁਣੋ ਮੁਹੰਮਦ ਰਫੀ ਸਾਹਿਬ ਦਾ ਗੀਤ ਜਿਹੜਾ ਰਜੇਸ਼ ਭਗਤ ਜੀ ਤੁਹਾਨੂੰ ਸੁਣਾਉਣਗੇ। ਸੋ ਇਸ ਗੀਤ ਨੂੰ ਤੁਸੀਂ ਵੀ ਆਨੰਦ ਮਾਣ ਸਕਦੇ ਹੋ। ਜਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ, ਹੱਸਦੇ ਆ ਰਾਤ ਲੰਘੇ ਪਤਾ ਨਹੀਂ ਸਵੇਰ ਦਾ। ਜਗ ਵਾਲਾ ਮੇਲਾ ਯਾਰੋ, ਕੋਈ ਇੱਥੇ ਆਮਦਾ ਤੇ ਕੋਈ ਇੱਥੋਂ ਜਾਮਦਾ, ਜਿਹੜਾ ਇੱਥੋਂ ਜਾਮਦਾ ਤੇ ਮੁੜ ਕੇ ਨਹੀਂ ਆਮਦਾ, ਮੁੜ ਕੇ ਨਹੀਂ ਆਮਦਾ। ਭਗਤ ਜੀ ਬਹੁਤ ਮਜ਼ਾ ਆਇਆ ਗੀਤ ਸੁਣ ਕੇ। ਸਾਡੇ ਦਰਸ਼ਕ ਵੀ ਮੈਨੂੰ ਲੱਗਦਾ ਤੁਹਾਡੇ ਸੰਗੀਤ ਦਾ ਆਨੰਦ ਮਾਣ ਰਹੇ ਹੋਵੋਗੇ। ਬਹੁਤ ਸਾਰੇ ਸਿੰਗਰ ਸੀਗੇ ਪੁਰਾਣੇ, ਲਤਾ ਮੰਗੇਸ਼ਕਰ ਜੀ ਹੋ ਗਏ, ਗੁਲਾਮ ਅਲੀ ਸਾਹਿਬ ਹੋ ਗਏ, ਬਹੁਤ ਸਾਰੇ ਹੋਰ ਵੀ ਸਿੰਗਰ ਸੀਗੇ। ਮੁਹੰਮਦ ਰਫੀ ਜੀ ਦੇ ਨਾਲ ਤੁਹਾਡਾ ਜਿਸ ਤਰੀਕੇ ਨਾਲ ਮੈਨੂੰ ਲੱਗਦਾ ਤੁਸੀਂ ਉਹਨਾਂ ਨੂੰ ਗੁਰੂ ਹੀ ਮੰਨਦੇ ਹੋ ਔਰ ਸਿਰਫ ਉਹਨਾਂ ਦੇ ਗੀਤ ਹੀ ਗੁਣਗੁਣਾਉਂਦੇ ਹੋ, ਕੀ ਕਾਰਨ ਮੰਨਦੇ ਹੋ ਇਸ ਚੀਜ਼ ਦਾ? ਪਤਾ ਨਹੀਂ, ਮੈਨੂੰ ਖੁਦ ਨਹੀਂ ਪਤਾ ਕਿ ਉਹਨਾਂ ਦੀ ਜਿਹੜੀ ਇਹ ਪਰਸਨੈਲਿਟੀ ਜਾਂ ਉਹਨਾਂ ਦੀ ਵਾਇਸ ਜਿਹੜੀ ਇੰਨੀ ਅਟਰੈਕਟਿਵ ਹੈ, ਜਿੱਦਾਂ ਕਿ ਉਹ ਨਾ ਉਹਨਾਂ ਨੂੰ ਰਫੀ ਸਾਹਿਬ ਨੂੰ ਜਿਹੜੇ ਗਾਣ ਵਾਲੇ ਉਹਨਾਂ ਦੇ ਚਾਹਣ ਵਾਲੇ ਉਹਨੂੰ ਕਹਿੰਦੇ ਵਾਇਸ ਆਫ ਗਾਡ ਕਹਿੰਦੇ ਨੇ। ਵਾਇਸ ਆਫ ਗਾਡ ਰਫੀ ਸਾਹਿਬ ਜਦੋਂ ਆਉਂਦਾ ਨਾ, ਮੁਹੰਮਦ ਰਫੀ ਪਹਿਲਾਂ ਤਾਂ ਲੋਕੀ ਪਦਮ ਸ਼੍ਰੀ ਲਗਾਉਂਦੇ, ਹੁਣ ਲੱਗਦੇ ਮੁਹੰਮਦ ਰਫੀ ਵਾਇਸ ਆਫ ਗਾਡ, ਯਾਨੀ ਕਿ ਉਹ ਪ੍ਰਮਾਤਮਾ ਦੀ, ਵਾਹਿਗੁਰੂ ਦੀ, ਅੱਲਾ ਦੀ ਆਵਾਜ਼ ਹੈ। ਕਿ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹ ਸੁਣ ਕੇ ਸਮਝ ਲਓ ਕਿ ਲੱਗਦਾ ਹੈ ਕਿ ਬੰਦਾ ਗੰਭੀਰ ਹੋ ਕੇ ਮੈਡੀਟੇਸ਼ਨ 'ਚ ਪਹੁੰਚ ਜਾਂਦਾ ਹੈ। ਅਤੇ ਉਹ ਮੈਨੂੰ ਵੀ ਇਸ ਤਰ੍ਹਾਂ ਅਟਰੈਕਟ ਕਰਦੀ ਸੀ ਉਹਨਾਂ ਦੀ ਆਵਾਜ਼, ਕਿਉਂਕਿ ਮੈਗਨੈਟਿਕ ਹੈ ਉਹਨਾਂ ਦੀ ਆਵਾਜ਼, ਕਿ ਜਿੱਦਾਂ ਨਾ ਅਸਰ ਕਰਦੀ, ਜਿੱਦਾਂ ਚੁੰਬਕ ਅਸਰ ਕਰਦੀ, ਇਸ ਤਰ੍ਹਾਂ ਕਰਦੀ ਹੈ। ਸੁਣ ਕੇ ਆਮ ਇਨਸਾਨ ਦੇ ਵੀ ਲੂ ਕੰਡੇ ਖੜੇ ਹੋ ਜਾਂਦੇ ਆ ਕਿ ਇਸ ਤਰ੍ਹਾਂ ਵੀ ਕਦੀ ਹੁੰਦਾ ਹੈ ਕਿ ਇੰਨੀ ਵਧੀਆ ਆਵਾਜ਼। ਕਿਉਂਕਿ ਦੇਖੋ ਅਸੀਂ ਕਹਿੰਦੇ ਕਿ ਦੁਨੀਆ 'ਚ ਕਈ ਚਮਤਕਾਰ ਹੁੰਦੇ ਨੇ, ਕਿ ਉਹਦੇ 'ਚ ਮੈਨੂੰ ਇਹ ਲੱਗਦਾ ਹੈ ਕਿ ਆਵਾਜ਼ ਜਿਹੜੀ ਹੈ ਇਹ ਤਾਂ ਆਮ ਇਨਸਾਨ ਦੀ ਹੋ ਨਹੀਂ ਸਕਦੀ, ਕਿਉਂਕਿ ਉਹ ਮਾਲਕ ਦੀ ਆਵਾਜ਼ ਸੀ ਔਰ ਉਹ ਆਏ ਥੋੜ੍ਹੀ ਦੇਰ ਲਈ ਆਪਣਾ ਕੰਮ ਕਰਕੇ ਬਹੁਤ ਜਲਦੀ ਚਲੇ ਗਏ। ਅਤੇ ਉਹ ਅੱਜ ਵੀ ਤਾਂ ਹੀ ਹੈ ਕਿ ਤੁਸੀਂ ਦੇਖੋ ਕਿ ਉਹਨਾਂ ਵਰਗਾ ਕੋਈ ਸਿੰਗਰ ਹੋਇਆ ਹੀ ਨਹੀਂ ਹੈ, ਬੜੇ ਹੋਏ ਨੇ ਪਰ ਉਹਨਾਂ ਵਰਗਾ ਰਫੀ ਸਾਹਿਬ ਵਰਗਾ ਨਾ ਹੋਇਆ, ਨਾ ਦੁਬਾਰਾ ਆਉਣਾ। ਔਰ ਕੁਛ ਮੇਰੀ ਪਰਸਨੈਲਿਟੀ ਵੀ ਉਹ ਸੂਟ ਕਰਦਾ ਸੀ, ਉਹਨਾਂ ਦੀ ਆਵਾਜ਼ ਕਰਦੀ ਸੀ, ਅਤੇ ਇਸ ਕਰਕੇ ਫਿਰ ਮੈਨੂੰ ਇਹੀ ਲੱਗਾ ਕਿ ਮੈਨੂੰ ਕਰਨਾ ਚਾਹੀਦਾ। ਔਰ ਮੇਰਾ ਵਾਇਸ ਟੈਕਸਚਰ ਜਿਹੜਾ ਉਹ ਰਫੀ ਸਾਹਿਬ ਨਾਲ ਮਿਲਦਾ ਸੀ, ਇਸ ਕਰਕੇ ਮੈਂ ਰਫੀ ਸਾਹਿਬ ਨੂੰ ਚੁਣਿਆ। ਅੱਛਾ, ਤੁਸੀਂ ਲਗਾਤਾਰ ਬਚਪਨ ਤੋਂ ਸਿੱਖਦੇ ਆ ਰਹੇ ਸੀਗੇ ਕਲਾਸੀਕਲ, ਬਟ ਜਿਹੜੀ ਬੜੇ ਲੰਮੇ ਸਮੇਂ ਬਾਅਦ ਬਹੁਤ ਸਾਰੀ ਦੁਨੀਆ ਨੋ ਡਾਊਟ ਤੁਹਾਨੂੰ ਜਾਣਦੀ ਵੀ ਸੀਗੀ, ਪਰ ਜਿਹੜਾ ਇੱਕਦਮ ਐਕਸਪੋਜ਼ਰ ਤੁਹਾਨੂੰ ਮੈਨੂੰ ਲੱਗਦਾ ਐਕਸਪੋਜ਼ਰ ਮਿਲਣਾ ਕਹਿ ਸਕਦਾ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਹੁਣ ਮਿਲਿਆ ਤੁਹਾਨੂੰ ਬੱਚੇ ਵੀ ਸੁਣਦੇ ਨੇ, ਤੁਹਾਡਾ ਲਾਈਵ ਪ੍ਰੋਗਰਾਮ ਵੀ ਚੱਲਦਾ, ਇੱਥੇ ਘਰ ਬੈਠੇ ਤੁਸੀਂ ਬਹੁਤ ਸਾਰੀ ਦੁਨੀਆ ਨਾਲ ਜੋੜ ਲਈ ਹੈ। ਇਹ ਲੋਕਡਾਊਨ ਦੇ ਵਿੱਚ ਫਾਇਦਾ ਲਿਆ ਤੁਸੀਂ ਲੋਕਡਾਊਨ ਦਾ? ਮੈਂ ਸਰ ਇਹੀ ਕਹਾਂਗਾ ਕਿ ਮੈਂ ਲੋਕਡਾਊਨ ਦਾ ਮੈਨੂੰ ਬਹੁਤ ਫਾਇਦਾ ਹੋਇਆ, ਕਿਉਂਕਿ ਲੋਕ ਕਹਿੰਦੇ ਨੇ ਕਿ ਬੋਰੀਅਤ ਹੈ ਔਰ ਮੇਰੇ ਕੋਲ ਟਾਈਮ ਹੀ ਨਹੀਂ ਹੈ। ਟਾਈਮ ਹੀ ਮੇਰੇ ਕੋਲ ਇਸ ਤਰ੍ਹਾਂ ਨੇ ਕਿ ਮੈਂ ਪਹਿਲਾਂ ਤੋਂ ਜਦੋਂ ਸ਼ੁਰੂ ਕੀਤਾ ਮੇਰੇ ਮਨ 'ਚ ਇਹ ਸੀ ਕਿ ਜਿਸ ਤਰ੍ਹਾਂ ਡਾਕਟਰ ਸੇਵਾ ਕਰ ਰਹੇ, ਨਰਸਿਸ, ਪੁਲਿਸ ਵਾਲੇ, ਸਫਾਈ ਕਰਮਚਾਰੀ, ਮੀਡੀਆ ਕਰਮੀ, ਔਰ ਮੈਂ ਵੀ ਕੁਛ ਆਪਣੇ ਤਰੀਕੇ ਨਾਲ ਕੋਈ ਯੋਗਦਾਨ ਪਾਵਾਂ, ਕਿ ਘਰ ਦੇ ਵਿੱਚ ਬਹੁਤ ਟਾਈਮ ਹੈ। ਔਰ ਮੈਨੂੰ ਇਹ ਲੱਗਾ ਕਿ ਜਿਸ ਤਰ੍ਹਾਂ ਮਿਊਜ਼ਿਕ ਨਾਲ ਤਾਂ ਹਰ ਬੰਦਾ ਪਿਆਰ ਕਰਦਾ, ਈਵਨ ਪੰਛੀ ਜਾਨਵਰ ਵੀ ਮਿਊਜ਼ਿਕ ਨਾਲ ਕੀਲੇ ਜਾਂਦੇ ਨੇ, ਜਿੱਦਾਂ ਸੱਪ ਜਿਹੜਾ ਬੀਨ ਦੇ ਉੱਤੇ ਕੀਲਿਆ ਜਾਂਦਾ ਨਾ, ਇਹ ਤਾਂ ਸੰਗੀਤ ਐਸੀ ਚੀਜ਼ ਹੈ। ਅਤੇ ਮੈਂ ਸੋਚਿਆ ਕਿ ਸਾਰੇ ਲੋਕ ਜਿਹੜੇ ਡਿਪਰੈਸ ਨੇ, ਘਰਾਂ ਦੇ ਵਿੱਚ ਬੈਠੇ, ਮਨਾਂ ਵਿੱਚ ਖੌਫ ਹੈ, ਨੈਗੇਟਿਵ ਨਿਊਜ਼ ਚੱਲ ਰਹੀਆਂ TV 'ਤੇ ਸਭ ਜਗ੍ਹਾ, ਇੰਨੇ ਮਰ ਗਏ, ਇੰਨੇ ਹੋ ਗਏ, ਇਨਫੈਕਟ ਹੋ ਗਏ, ਕੁਆਰੰਟਾਈਨ ਕੀਤਾ। ਅਤੇ ਮੈਂ ਸੋਚਿਆ ਕਿ ਇੱਕ ਐਸਾ ਮੈਂ ਵੀ ਕੁਛ ਕਰਾਂ ਕਿ ਜਿਹਦੇ ਨਾਲ ਅਸੀਂ ਕਲਾਕਾਰ ਲੋਕ ਹਾਂ, ਅਸੀਂ ਤਾਂ ਕੋਈ ਰਾਸ਼ਨ ਵੰਡਦਾ, ਕੋਈ ਕੁਛ ਕਰਦਾ, ਪਰ ਸਾਨੂੰ ਕਲਾਕਾਰ ਲੋਕਾਂ ਨੂੰ ਅਸੀਂ ਵੀ ਕਲਾ ਦੇ ਨਾਲ ਅਸੀਂ ਕਿਸੇ ਦਾ ਮਨੋਰੰਜਨ ਕਰੀਏ, ਉਹਨਾਂ ਨੂੰ ਡਿਪਰੈਸ਼ਨ 'ਚੋਂ ਕੱਢੀਏ, ਮਾਨਸਿਕ ਸਕੂਨ ਮਿਲੇ ਅਤੇ ਸਾਨੂੰ ਖੁਸ਼ੀ ਹੋਏਗੀ। ਔਰ ਮੈਂ ਇਹ ਸੋਚ ਕੇ ਕੀਤਾ ਔਰ ਮੈਨੂੰ ਇਹਦਾ ਰਿਸਪੌਂਸ ਬੜਾ ਅੱਛਾ ਮਿਲਿਆ। ਮੈਂ 28 ਮਾਰਚ ਨੂੰ ਸ਼ੁਰੂ ਕੀਤਾ ਸੀ ਔਰ ਅੱਜ 18 ਤਰੀਕ ਹੋ ਗਈ, 18 ਜੁਲਾਈ, ਦੇਖ ਲਓ ਕਿ ਲਗਭਗ 4 ਮਹੀਨੇ ਹੋਣ ਵਾਲੇ ਨੇ। ਉਹ ਇਸ ਸਮੇਂ ਦੇ ਦੌਰਾਨ ਮੈਂ ਕੋਈ 600 ਤੋਂ ਉੱਪਰ ਰਫੀ ਸਾਹਿਬ ਦੇ ਗਾਣੇ ਗਾਤੇ ਹੈ ਔਰ ਮੈਨੂੰ ਬਹੁਤ ਹੀ ਅੱਛਾ ਇਹਦਾ ਰਿਸਪੌਂਸ ਮਿਲਿਆ। ਮਤਲਬ ਇੰਡੀਆ ਹੀ ਨਹੀਂ, ਫੋਰਨ ਦੇ ਵਿੱਚ ਕੈਨੇਡਾ, ਅਮਰੀਕਾ, ਇੰਗਲੈਂਡ, ਸਾਰੇ ਕੰਟਰੀ ਦੇ ਵਿੱਚ ਲੋਕ ਬਹੁਤ ਜੁੜੇ ਨੇ। ਔਰ ਜਦੋਂ ਮੇਰਾ ਲਾਈਵ ਹੁੰਦਾ, ਮੈਂ ਜੇ 5 ਮਿੰਟ ਲੇਟ ਹੋ ਜਾਂਦਾ ਮੈਂ ਅਤੇ ਫੋਨ ਆਉਣੇ ਸ਼ੁਰੂ ਹੋ ਜਾਂਦੇ ਨੇ ਫੋਰਨ ਤੋਂ ਵੀ, ਸਾਰੇ ਇੰਡੀਆ ਤੋਂ, ਕਿ ਮੈਂ ਫੋਨ ਅਟੈਂਡ ਹੀ ਨਹੀਂ ਕਰ ਸਕਦਾ, ਇੰਨੇ ਕੁ ਫੋਨ ਆਉਣੇ ਸ਼ੁਰੂ ਕਰ ਦਿੰਦੇ ਆ। ਅਤੇ ਸਾਰੇ ਬਾਕੀ ਸਟੇਟਾਂ ਦੇ ਵਿੱਚ ਵੀ ਜਿਹੜੇ ਨੇ ਉਹ ਸ਼ੇਅਰ ਬਹੁਤ ਹੁੰਦਾ, ਲਾਈਵ ਸ਼ੇਅਰ ਵੀ ਹੁੰਦਾ ਔਰ ਰਿਕਾਰਡਿੰਗ ਵੀ ਸੁਣਦੇ ਰਹੇ, ਲੋਕਾਂ ਦੇ ਫੋਨ ਆਉਂਦੇ, ਕਮੈਂਟਸ ਆਉਂਦੇ ਨੇ
ਔਰ ਮੈਨੂੰ ਅੱਛਾ ਲੱਗਦਾ ਕਿ ਮੈਂ ਜੋ ਸੋਚਿਆ ਸੀ ਸੇਵਾ ਸਮਝ ਕੇ ਉਹਦਾ ਜਿਹੜਾ ਫਲ ਮਿਲ ਰਿਹਾ। ਬਾਕੀ ਮੈਂ ਤੁਹਾਡੇ ਸਾਹਮਣੇ ਹਾਂ, ਤੁਹਾਨੂੰ ਵੀ ਪਤਾ ਲੱਗਾ, ਤੁਸੀਂ ਮੇਰੇ ਕੋਲ ਆਏ ਹੋ ਅਤੇ ਮੈਨੂੰ ਅੱਛਾ ਲੱਗ ਰਿਹਾ, ਬਹੁਤ ਅੱਛਾ। ਭਗਤ ਜੀ ਮੈਂ ਹੋਰ ਜਿਵੇਂ ਤੁਹਾਡਾ ਤੁਸੀਂ ਤਿਆਰ ਕੀਤਾ ਹੈ ਆਪਣਾ ਮਿਊਜ਼ਿਕ ਰੂਮ ਤਿਆਰ ਕੀਤਾ ਹੈ, ਸਟੂਡੀਓ ਕਹਿ ਸਕਦੇ ਹਾਂ, ਟੈਕਨੀਕਲੀ ਵੀ ਬਹੁਤ ਸਟਰੋਂਗ ਲੱਗਾ ਮੈਨੂੰ। ਔਰ ਜਿਵੇਂ ਪੁਰਾਣੇ ਸਾਜ਼ ਪਏ ਨੇ, ਤਬਲਾ ਪਿਆ ਹੈ, ਤਾਨਪੁਰਾ ਪਿਆ ਹੈ, ਜਾਂ ਹੋਰ ਵੀ ਤੁਹਾਡੇ ਕੋਲ ਨੇ, ਮੈਂ ਦੇਖ ਰਿਹਾ ਸੀਗਾ ਮੁਹੰਮਦ ਰਫੀ ਸਾਹਿਬ ਦੀ ਕਲੈਕਸ਼ਨ ਵੀ ਤੁਹਾਡੇ ਕੋਲ ਕਾਫੀ ਹੈ। ਕਿੰਨੇ ਕੁ ਗੀਤ ਤੁਹਾਡੇ ਕੋਲ ਮੁਹੰਮਦ ਰਫੀ ਸਾਹਿਬ ਦੇ ਤੁਸੀਂ ਕਲੈਕਸ਼ਨ ਹੋਊਗੀ ਤੁਹਾਡੇ ਕੋਲ? ਮੇਰੇ ਕੋਲ ਸਰ ਬਹੁਤ ਨੇ ਰਫੀ ਸਾਹਿਬ ਦੇ। ਤੁਸੀਂ ਇਹ ਸਮਝ ਲਓ ਕਿ ਹਿੰਦੀ ਓਰੀਜਨਲ ਲੈਂਗੁਏਜ ਜਿਹੜੀਆਂ ਨੇ ਉਹ ਤਕਰੀਬਨ ਮੇਰੇ ਕੋਲ 90% ਤੋਂ ਉੱਪਰ ਸਾਰੇ ਹੈਗੇ ਨੇ। ਉਹਨਾਂ ਦੇ ਵਿੱਚ ਰਫੀ ਸਾਹਿਬ ਨੇ ਜਿਹੜੇ ਓਰੀਜਨਲ ਸੌਂਗ ਗਾਏ ਨੇ, ਜਿਹਨਾਂ ਵਿੱਚ ਪੰਜਾਬੀ ਹੈਗਾ 350 ਸੌਂਗ ਹੈ, ਉਹ 2-4 ਸੌਂਗ ਛੱਡ ਕੇ ਮੇਰੇ ਕੋਲ ਸਾਰੇ ਹੈਗੇ ਨੇ ਤਕਰੀਬਨ। ਉਸ ਦੂਸਰਾ ਇਸ ਤੋਂ ਇਲਾਵਾ ਬੰਗਲਾ, ਪਸ਼ਤੋ, ਭੋਜਪੁਰੀ, ਕੰਨੜ, ਉਹ ਬਾਕੀ ਜਿਹੜੇ ਉਹਨਾਂ ਗਾਏ ਨੇ ਉਹ ਵੀ ਮੇਰੇ ਕੋਲ ਸਾਰੇ ਹੈਗੇ ਨੇ। ਔਰ ਇਸ ਤੋਂ ਇਲਾਵਾ ਜਿਹੜੀ ਫਿਲਮ ਮਿਊਜ਼ਿਕ ਦੀ ਜਿੰਨੀ ਕੁ ਰਿਕਾਰਡਿੰਗ ਹੋਈ ਹੈ, ਹਿੰਦੀ ਫਿਲਮਾਂ ਜਾਂ ਓਰੀਜਨਲ ਫਿਲਮਾਂ ਵੀ, ਪੰਜਾਬੀ ਵੀ, ਉਹ ਮੈਂ ਕੋਸ਼ਿਸ਼ ਕੀਤੀ ਹੈ ਕਿ ਮੈਕਸਿਮਮ ਮੈਨੂੰ ਮੈਂ ਕਲੈਕਟ ਕੀਤਾ। ਸ਼ੌਕੀਆ ਮੈਨੂੰ ਸ਼ੌਕ ਸੀ। 1904 ਤੋਂ ਲੈ ਕੇ ਗ੍ਰਾਮੋਫੋਨ ਕੰਪਨੀ ਨੇ ਜੋ ਰਿਕਾਰਡ ਕੀਤਾ ਉਹਦੇ ਵਿੱਚ ਬਹੁਤ ਕੁਛ ਮੈਂ ਆਪਣੀ ਇਸ ਮਿਊਜ਼ਿਕ ਰੂਮ ਦੇ ਵਿੱਚ ਰੱਖਿਆ। 1904 ਵਿੱਚ ਉਸਤਾਦ ਕਾਲੇ ਖਾਂ ਸਾਹਿਬ, ਬੜੇ ਗੁਲਾਮ ਅਲੀ ਖਾਂ ਸਾਹਿਬ ਜਿਹੜੇ ਕਿਰਾਨਾ ਘਰਾਣੇ ਦੇ ਉਸਤਾਦ ਸੀ, ਉਹਨਾਂ ਦੇ ਚਾਚਾ ਜੀ, ਉਹਨਾਂ ਦੀ ਰਿਕਾਰਡਿੰਗ ਹੋਈ ਸੀ। ਕੁਛ ਠੁਮਰੀਆਂ ਕੀਤੀਆਂ ਸੀ ਰਿਕਾਰਡ ਗ੍ਰਾਮੋਫੋਨ ਕੰਪਨੀ ਨੇ, ਉਹ ਵੀ ਮੇਰੇ ਕੋਲ ਹੈਗੀਆਂ। ਉਹ ਮੋਮ ਦੇ ਰਿਕਾਰਡ ਦੇ ਉੱਤੇ ਸੀ। ਉਹ ਮੋਮ ਦਾ ਰਿਕਾਰਡ ਤਾਂ ਟੁੱਟ ਗਿਆ, ਲੇਕਿਨ ਉਹਨੂੰ ਮੈਂ ਡਿਜੀਟਲੀ ਪ੍ਰੋਸੈਸ ਕਰਕੇ ਉਹਨੂੰ ਮੈਂ ਸੇਵ ਕਰ ਲਿਆ। ਉਸ ਤੋਂ ਇਲਾਵਾ ਭਾਈ ਸ਼ੈਲਾ, ਭਾਈ ਜੇਠਾ 1920-25 ਹੋਏ, ਉਹਨਾਂ ਦੀਆਂ ਰਿਕਾਰਡਿੰਗਾਂ। ਫਿਰ 1930 ਤੋਂ ਬਾਅਦ ਕੰਟੀਨਿਊ ਹੋ ਗਈਆਂ ਮੇਰੇ ਕੋਲ। ਨੈਬ ਕੋਟੀਆ ਘਮਿਆਰ ਬੜੇ ਮਸ਼ਹੂਰ ਸੀ, ਨੈਬ ਕੋਟੀ ਘਮਿਆਰਾਂ ਦੀ ਕਵੀਸ਼ਰੀ। ਫਿਰ ਨੰਦ ਲਾਲ ਸ਼ਰਮਾ, ਮਿਸ ਬਦਰੋ, ਜਲਾਲੂਦੀਨ। ਉਸ ਤੋਂ ਬਾਅਦ ਫਿਰ ਉਹ ਚਾਂਦੀ ਰਾਮ ਹੋਣਾ ਦਾ ਦੌਰ ਚੱਲ ਪਿਆ, ਲਾਲਚਾ ਚਮਲਾ ਜੱਟ ਜੀ, ਅਤੇ ਉਹ ਤੋਂ ਸਾਰਾ ਹੀ ਕੁਛ ਮੇਰੇ ਕੋਲ ਜੋ ਵੀ ਪੰਜਾਬੀ ਵੀ। ਉਸ ਤੋਂ ਇਲਾਵਾ ਹਿੰਦੀ ਦਾ ਵੀ ਬਹੁਤ ਸਾਰਾ ਫਿਲਮ ਮਿਊਜ਼ਿਕ ਜੋ ਰਿਕਾਰਡ ਹੋਇਆ ਕੁੰਦਨ ਲਕ ਸਾਈਕਲ ਤੋਂ ਬਾਅਦ ਜਾਂ ਪਹਿਲੋਂ ਵੀ, ਸਾਰਾ ਉਹ ਮੇਰੇ ਕੋਲ ਕਾਫੀ ਬਹੁਤ ਜ਼ਿਆਦਾ ਹੈ। ਜੀ ਮੈਂ ਚਾਹੂੰਗਾ ਇਸ ਗੀਤਾਂ ਦੇ ਖਜ਼ਾਨੇ ਵਿੱਚੋਂ ਜਿਹੜਾ ਤੁਸੀਂ ਮੁਹੰਮਦ ਰਫੀ ਸਾਹਿਬ ਦਾ ਸਾਂਭਿਆ ਹੈ, 600 ਗੀਤ ਤੁਸੀਂ ਦੱਸ ਰਹੇ ਹੋ ਵੀ ਮੈਂ ਹੁਣ ਲੋਕਡਾਊਨ ਦੇ ਦੌਰਾਨ ਹੀ ਗਾ ਦਿੱਤੇ ਆ, ਉਹਨਾਂ ਦੇ ਵਿੱਚੋਂ ਇੱਕ ਹਿੰਦੀ ਮੈਨੂੰ ਚਾਹੀਦਾ ਕਿ ਦਰਸ਼ਕ ਸਾਡੇ ਸੁਣਨਾ ਚਾਹੂਗੇ, ਇੱਕ ਹਿੰਦੀ ਗੀਤ ਵੀ ਜ਼ਰੂਰ ਸੁਣਾਓ। ਜੀ ਜੀ, ਥੈਂਕ ਯੂ ਜੀ, ਲੋ ਪਲੀਜ਼। ਸੋ ਤੁਸੀਂ ਪਹਿਲਾਂ ਪੰਜਾਬੀ ਗੀਤ ਵੀ ਸੁਣਿਆ, ਗੱਲਾਂ ਬਾਤਾਂ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ, ਸੋ ਇੱਕ ਹਿੰਦੀ ਗੀਤ ਵੀ ਤੁਹਾਨੂੰ ਹੁਣ ਰਜੇਸ਼ ਭਗਤ ਜੀ ਗਾ ਕੇ ਸੁਣਾਉਣਗੇ ਮੁਹੰਮਦ ਰਫੀ ਸਾਹਿਬ ਦਾ। ਅਸਾਂ ਯਾਰ ਦੇ ਨਜ਼ਾਰੇ ਵਿੱਚੋਂ ਰੱਬ ਵੇਖਿਆ, ਰੱਬ ਵੇਖਿਆ। ਅਸਾਂ ਯਾਰ ਦੇ ਨਜ਼ਾਰੇ ਵਿੱਚੋਂ ਰੱਬ ਵੇਖਿਆ, ਰੱਬ ਵੇਖਿਆ। ਉਹ ਵੀ ਵੇਖਿਆ ਤੇ ਉਹ ਵੀ ਵੇਖਿਆ ਤੇ ਯਾਰ ਦੇ ਸਬਬ ਵੇਖਿਆ। ਅਸਾਂ ਯਾਰ ਦੇ ਨਜ਼ਾਰੇ ਵਿੱਚੋਂ ਰੱਬ ਵੇਖਿਆ, ਰੱਬ ਵੇਖਿਆ। ਅਸਾਂ ਯਾਰ ਦੇ। ਤਾਂ ਤੁਸੀਂ ਸੁਣਿਆ ਮੁਹੰਮਦ ਰਫੀ ਸਾਹਿਬ ਦਾ ਇਹ ਗੀਤ ਰਜੇਸ਼ ਭਗਤ ਜੀ ਦੇ ਵੱਲੋਂ ਬਾਖੂਬੀ ਪੇਸ਼ ਕੀਤਾ ਗਿਆ, ਤੁਸੀਂ ਆਨੰਦ ਵੀ ਮਾਣਿਆ ਹੋਊਗਾ। ਭਗਤ ਜੀ, ਅੱਜ ਦਾ ਦੌਰ ਇੱਕਦਮ ਟੈਕਨੀਕਲ ਹੋ ਚੁੱਕਿਆ ਹੈ, ਤੁਹਾਡੇ ਕੋਲ ਸਾਜ਼ ਵੀ ਪੁਰਾਣੇ ਪਏ ਨੇ। ਅੱਜ ਦੇ ਮਿਊਜ਼ਿਕ ਦੇ ਵਿੱਚ ਤਾਂ ਪੁਰਾਣੇ ਸਮੇਂ ਦੇ ਮਿਊਜ਼ਿਕ ਦੇ ਵਿੱਚ ਕਿੰਨਾ ਕੁ ਫਰਕ ਦੇਖਦੇ ਹੋ ਤੁਸੀਂ? ਕਿੱਧਰ ਨੂੰ ਜਾ ਰਿਹਾ ਇਸ ਸਮੇਂ ਮਿਊਜ਼ਿਕ? ਜਦੋਂ ਤੋਂ ਅਸੀਂ ਮੈਲੋਡੀ ਦੀ ਗੱਲ ਕਰਦੇ ਹਾਂ ਜੀ, ਉਹਦਾ ਇਹ ਹੈ ਕਿ ਉਹਦੇ ਵਿੱਚ ਤਾਂ ਅਜੇ ਵੀ ਪੁਰਾਣਾ ਜਿਹੜਾ ਉਹ ਤਾਂ ਪੁਰਾਣਾ ਮਿਊਜ਼ਿਕ ਹੈ, ਜਿਹੜਾ ਮਾਨਸਿਕ ਸਕੂਨ ਦਿੰਦਾ ਉਹ ਤਾਂ ਪੁਰਾਣਾ ਮਿਊਜ਼ਿਕ ਹੀ ਹੈ। ਕਿਉਂਕਿ ਉਦੋਂ ਜਿਹੜੇ ਆ ਸਾਰੇ ਹੀ ਮਿਹਨਤ ਕਰਦੇ ਸੀ, ਸਿੰਗਰ ਵੀ ਮਿਹਨਤ ਕਰਦੇ ਸੀ, ਮਿਊਜ਼ਿਕ ਡਾਇਰੈਕਟਰ ਵੀ ਮਿਹਨਤ ਕਰਦੇ ਸੀ। ਔਰ ਇੱਕ ਗਾਣਾ ਜਿਹੜਾ, ਕਈ ਗਾਣੇ ਤਾਂ ਐਸੇ ਨੇ ਕਿ ਉਹਨਾਂ ਨੂੰ ਹਫ਼ਤਾ ਰਿਹਰਸਲ ਚੱਲਦੀ ਸੀ, ਫਿਰ ਜਾ ਕੇ ਗਾਣਾ ਰਿਕਾਰਡਿੰਗ ਦੇ ਕਾਬਲ ਹੁੰਦਾ ਸੀ, ਰਿਕਾਰਡ ਹੁੰਦਾ ਸੀ। ਔਰ ਕਿਸੇ ਨੇ ਬਹੁਤ ਜ਼ਿਆਦਾ ਮਿਹਨਤ ਕਰ ਲਈ ਜਾਂ ਸੋਚਿਆ ਕਿ ਇੱਕ ਟਾਰਗੇਟ ਕਰਨੀ ਹੈ, ਉਹ ਪੂਰੇ ਦਿਨ 'ਚ 1 ਜਾਂ 2 ਗਾਣੇ ਹੁੰਦੇ ਸੀ, 1 ਗਾਣੇ ਤਕਰੀਬਨ ਹੁੰਦਾ ਸੀ। ਕਾਰਨ ਨੇ ਕਿ ਸਾਰੀ ਸਿੰਗਲ ਟਰੈਕ ਰਿਕਾਰਡਿੰਗ ਸੀ, ਔਰ ਸਾਰੇ ਹੀ ਮਿਊਜ਼ੀਸ਼ੀਅਨ ਜਿੰਨੇ ਉਹਨਾਂ ਨੂੰ ਲਾਈਵ ਆ ਕੇ ਵਜਾਉਣਾ ਪੈਂਦਾ ਸੀ। ਔਰ ਟੈਕਨੀਕਲ ਫੈਸਿਲਿਟੀ ਇੰਨੀ ਘੱਟ ਹੁੰਦੀ ਸੀ ਕਿ ਕਈ ਮਿਊਜ਼ੀਸ਼ੀਅਨਾਂ ਨੂੰ ਇੱਕ ਮਾਈਕ ਦੇ 2-2 3-3 ਜਣੇ ਜਿਹੜੇ ਨੇ ਉਹ ਬੈਠਦੇ ਸੀ। ਕਿਸੇ ਦਾ ਪੀਸ ਜਦੋਂ ਆਇਆ, ਉਹਦੀ ਵਾਰੀ ਆਈ, ਦੂਸਰਾ ਚੁੱਪ-ਚਾਪ ਬੈਠ ਗਿਆ। ਇਸ ਤਰ੍ਹਾਂ ਵੀ ਰਿਕਾਰਡਿੰਗਾਂ ਹੁੰਦੀਆਂ ਸੀ। ਲੇਕਿਨ ਉਹਦੇ ਬਾਵਜੂਦ ਵੀ ਇੰਨਾ ਉਹਦੇ ਵਿੱਚ ਮਤਲਬ ਇਹ ਕਹਿ ਲਓ ਫੀਲ ਸੀ ਉਸ ਮਿਊਜ਼ਿਕ ਦੇ ਵਿੱਚ, ਇੰਨਾ ਵਧੀਆ ਸੀ ਕਿ ਆਪਣੇ ਅਜੇ ਵੀ ਉਹ ਗਾਣੇ ਅਮਰ ਨੇ। ਦੁਬਾਰਾ ਉਹੋ ਜਿਹੇ ਗਾਣੇ ਕਦੀ ਬਣ ਨਹੀਂ ਸਕਦੇ, ਕਿਉਂਕਿ ਮਿਹਨਤ ਸੀ। ਔਰ ਸਾਰੇ ਕੀ ਹੋਇਆ ਕਿ ਕਿਸੇ ਇੱਕ ਮਿਊਜ਼ੀਸ਼ੀਅਨ ਨੇ ਗਲਤੀ ਮੰਨ ਲਓ ਕਰ ਦਿੱਤੀ ਹੈ, ਗਾਣਾ ਪੂਰਾ ਖਤਮ ਹੋਣ ਵਾਲਾ, ਉਹ ਗਲਤੀ ਹੋਣ ਤੋਂ ਬਾਅਦ ਫਿਰ ਦੁਬਾਰਾ ਪੂਰਾ ਗਾਣਾ ਵੱਜੇਗਾ ਦੁਬਾਰਾ। ਅੱਛਾ, ਕਿਸੇ ਸਿੰਗਰ ਕੋਲ ਗਲਤੀ ਹੋ ਗਈ ਹੈ, ਕੋਈ ਸਵਰ ਦੀ ਗਲਤੀ ਹੋ ਗਈ ਹੈ, ਫਿਰ ਦੁਬਾਰਾ ਗਾਣਾ। ਇਸ ਤਰ੍ਹਾਂ ਕਰਦੇ ਕਰਦੇ ਹੁੰਦਾ ਸੀ ਕਿ ਗਾਣਾ ਉਹੀ 8 10 12 ਵਾਰੀ ਜਦੋਂ ਵੱਜਦਾ ਸੀ,
ਉਹ ਗਾਣਾ ਪੋਲਿਸ਼ ਹੋ ਜਾਂਦਾ ਸੀ, ਸਿੰਗਰ ਦਾ ਗਾਣਾ ਵੀ ਪੋਲਿਸ਼ ਹੁੰਦਾ ਸੀ, ਮਤਲਬ ਲਗਾਤਾਰ ਰਿਆਜ਼ ਵੀ ਨਾਲ ਦੀ ਨਾਲ ਹੋਈ ਲਗਾਤਾਰ ਰਿਆਜ਼ ਹੋਈ ਜਾ ਰਿਹਾ ਨਾਲ ਤੇ ਨਾਲ ਹੁੰਦਾ ਸੀ, ਇਸ ਕਰਕੇ ਉਹ ਗਾਣੇ ਵਧੀਆ ਬਣਦੇ ਸੀ। ਅੱਜ ਇਹ ਆ ਕਿ ਟੈਕਨੀਕਲ ਫੈਸਿਲਿਟੀ ਤੇ ਬਹੁਤ ਆ ਗਈ ਹੈ, ਇੰਨੀ ਹੈ ਕਿ ਹੁਣ ਦੇਖੋ ਕੁਆਲਿਟੀ ਵਾਈਜ਼ ਦੇਖੀਏ ਤੇ ਜਿਹੜਾ ਕਿ ਸਾਨੂੰ ਬਹੁਤ ਹੀ ਸਾਊਂਡ ਕੁਆਲਿਟੀ ਔਰ ਸਾਰਾ ਕੁਝ ਮਿਲ ਜਾਂਦਾ ਹੈ, ਪਰ ਜੋ ਮੈਲੋਡੀ ਦਾ ਕਿਤੇ ਨਾ ਕਿਤੇ ਕੰਪਰੋਮਾਈਜ਼ ਕਰਨਾ ਪੈਂਦਾ, ਕਿਉਂਕਿ ਇਲੈਕਟ੍ਰੋਨਿਕ ਇੰਸਟਰੂਮੈਂਟ ਜਿਹੜੇ ਨੇ ਉਹ ਇੰਨਾ ਸਕੂਨ ਨਹੀਂ ਦੇ ਸਕਦੇ ਜੋ ਓਰੀਜਨਲ ਜਿਹੜੇ ਤੰਤੀ ਸਾਜ਼ ਜਾਂ ਜਿਹੜੇ ਕਨਵੈਨਸ਼ਨਲ ਇੰਸਟਰੂਮੈਂਟ ਸੀ ਉਹਨਾਂ ਦੇ ਵਿੱਚ ਹੈ ਸੀ। ਨਵੇਂ ਸਿੰਗਰ ਵੀ ਬੜੇ ਅੱਛੇ ਗਾ ਰਹੇ ਨੇ, ਵਧੀਆ ਗਾ ਰਹੇ ਨੇ, ਪਰ ਪੁਰਾਣਾ ਜਿਹੜਾ ਉਹਦਾ ਤਾਂ ਕੋਈ ਮੁਕਾਬਲਾ ਨਹੀਂ, ਉਹਦਾ ਮੁਕਾਬਲਾ ਕਦੀ ਨਹੀਂ ਹੋ ਸਕਦਾ। ਰਿਆਜ਼ ਦੀ ਗੱਲ ਕਰਾਂ ਤਾਂ ਤੁਸੀਂ ਜੌਬ ਵੀ ਕਰਦੇ ਹੋ, ਡਿਊਟੀ ਵੀ ਜਾਂਦੇ ਹੋ ਟਾਈਮ ਨਾਲ, ਸਵੇਰੇ ਵੀ ਜਾਣਾ ਟਾਈਮ ਦੇ ਨਾਲ, ਸ਼ਾਮ ਨੂੰ ਵੀ ਟਾਈਮ ਨਾਲ ਆਉਣਾ, ਹੈਕਟਿਕ ਸ਼ਡਿਊਲ ਹੁੰਦਾ ਹੈ। ਅੱਜ ਦਾ ਦੌਰ ਜਿਹੜਾ ਵੈਸੇ ਇਨਸਾਨ ਕੋਲ ਟਾਈਮ ਨਹੀਂ ਹੈਗਾ, ਤੁਸੀਂ ਰਿਆਜ਼ ਕਿਵੇਂ ਕਰਦੇ ਹੋ, ਕਿੱਦਾਂ ਮੈਨੇਜ ਕਰਦੇ ਹੋ? ਮੈਂ ਸਰ ਇੱਕ ਤਾਂ ਸਵੇਰੇ ਮੇਰਾ ਰੂਟੀਨ ਹੈ ਕਿ ਮੈਂ ਸਵੇਰੇ ਜਲਦੀ ਉੱਠਦਾ, ਮੈਂ ਨਹਾ ਕੇ ਤੇ ਮੈਂ ਸਵੇਰੇ ਮੈਂ 40-45 ਮਿੰਟ ਮੈਂ ਤਾਨਪੁਰੇ ਨਾਲ ਮੈਂ ਸਵਰ ਲਗਾਉਣਾ, ਇਹ ਤਾਂ ਮੇਰਾ ਰੂਟੀਨ ਹੈ ਜੀ। ਉਸ ਤੋਂ ਇਲਾਵਾ ਕੁਦਰਤੀ ਮੈਨੂੰ ਜੋ ਮੈਂ ਪ੍ਰਮਾਤਮਾ ਕੋ ਉਸ ਵਾਹਿਗੁਰੂ ਕੋ ਮੰਗਿਆ ਸੀ ਉਹੀ ਮੈਨੂੰ ਮਿਲ ਗਿਆ ਕਿ ਮੈਂ ਚਾਹੁੰਦਾ ਸੀ ਕਿ ਮੈਂ ਜੇ ਮੈਨੂੰ ਮੇਰੇ ਮਾਤਾ ਪਿਤਾ ਨੇ ਮਿਊਜ਼ਿਕ ਲਾਈਨ ਦੇ ਵਿੱਚ ਨਹੀਂ ਪਾਇਆ ਤੇ ਪ੍ਰਮਾਤਮਾ ਨੂੰ ਇਹੋ ਜਿਹੀ ਲਾਈਨ ਦੇ ਕਿ ਮੈਂ ਇਹਦੇ ਨਾਲ ਜੁੜਿਆ ਰਵਾਂ। ਔਰ ਮੈਨੂੰ ਮੇਰੀ ਦੂਰਦਰਸ਼ਨ ਦੇ ਵਿੱਚ ਜੋਬ ਲੱਗ ਗਈ, ਦੂਰਦਰਸ਼ਨ ਆਲ ਇੰਡੀਆ ਰੇਡੀਓ ਕੀ ਡਿਪਾਰਟਮੈਂਟ ਹੈ, ਔਰ ਉੱਥੇ ਵੀ ਅਸੀਂ ਜਿਹੜੇ ਜਿੰਨੇ ਸੀ ਸਾਰੇ ਇੰਸਟਰੂਮੈਂਟਲਿਸਟ ਜਿਹੜੇ ਸੀ, ਤਬਲਾ ਵਾਦਕ ਜਿਹੜੇ ਹੋਰ ਜਿਹੜੇ ਸੀ ਜਿਹੜੇ ਸਾਜ਼ੀ, ਉਹਨਾਂ ਦੇ ਨਾਲ ਹੀ ਬਹਿਣਾ ਉੱਠਣਾ, ਚਾਹ ਪਾਣੀ ਪੀਣਾ, ਉਹਨਾਂ ਦੇ ਨਾਲ ਹੀ ਰਹਿਣਾ। ਰਿਹਰਸਲ ਰੂਮ ਸਾਡੇ ਕੋਲ ਹੁੰਦਾ ਸੀ, ਉੱਥੇ ਰਿਆਜ਼ ਕਰਨਾ। ਤੇ ਹੁਣ ਮੈਂ ਜਦੋਂ ਆਲ ਇੰਡੀਆ ਰੇਡੀਓ ਦੇ ਵਿੱਚ ਆਇਆ ਤੇ ਹੁਣ ਕੀ ਹੈ ਕਿ ਮੇਰੇ ਆਫਿਸ ਦੇ ਸਾਹਮਣੇ ਸਟੂਡੀਓ ਹੈ, ਤੇ ਉਹ ਸਟੂਡੀਓ ਜਿਹੜਾ ਉੱਥੇ ਜਦੋਂ ਮੇਰਾ ਦਿਲ ਕਰਦਾ ਆਫਿਸ ਦੇ ਵਿੱਚ ਮੈਂ ਟਾਈਮ ਮਿਲਦਾ ਮੈਂ 2-3 ਘੰਟੇ ਮੈਂ ਸਾਹਮਣੇ ਆਫਿਸ ਦੇ ਵਿੱਚ ਆਪਣਾ ਸਾਊਂਡ ਸਿਸਟਮ ਔਨ ਕਰਦਾ, ਮਾਈਕ ਲਗਾਉਣਾ, ਆਪਣੇ ਟਰੈਕ ਲਗਾਉਣਾ ਤੇ ਤਾਨਪੁਰਾ ਜਾਂ ਲਗਾਉਣਾ ਹੋਏ ਤਾਂ ਉਸੇ ਵੇਲੇ ਮੈਂ ਆਪਣੇ ਪ੍ਰੈਕਟਿਸ ਕਰ ਲੈਣਾ। ਜਦੋਂ ਮੈਂ ਘਰ ਆਉਣਾ ਤੇ ਮੈਂ ਸ਼ਾਮੀ ਮੇਰਾ ਹੁਣ ਤਾਂ ਅੱਜ ਕੱਲ੍ਹ ਰੂਟੀਨ ਹੈ ਫੇਸਬੁੱਕ 'ਤੇ ਲਾਈਵ ਹੁੰਨਾ, ਉਦੋਂ ਮੇਰਾ ਵੈਸੇ ਹੀ ਰਿਆਜ਼ ਹੋ ਜਾਂਦਾ ਕਿ ਪਹਿਲੋਂ ਲਾਈਵ ਹੋਣ ਤੋਂ ਪਹਿਲਾਂ ਵੀ ਥੋੜ੍ਹੀ ਤਿਆਰੀ ਅੱਧਾ ਪੌਣਾ ਘੰਟਾ ਗਾਣਾ ਕਰਨੀ ਹੈ, ਗਾਣੇ ਸਿਲੈਕਟ ਕਰਨੇ ਨੇ, ਉਹਨਾਂ ਦੇ ਸਕੇਲ ਨੋਟ ਕਰਨੇ ਨੇ, ਉਹਨਾਂ ਦੀ ਲਿਸਟ ਬਣਾਉਣੀ ਹੈ, ਉਹਨਾਂ ਦੀ ਬਰੀਫ ਡਿਸਕ੍ਰਿਪਸ਼ਨ ਗਾਣਿਆਂ ਦੀ ਕਰਨੀ ਹੈ ਤੇ ਗਾਣੇ ਨੂੰ 1-2 ਵਾਰੀ ਗਾ ਕੇ ਵੀ ਵੇਖਣਾ ਕਿ ਕਿਤੇ ਕਿਉਂਕਿ ਟਰੈਕ ਦੇ ਤੋਂ ਮੈਂ ਭੁੱਲ ਨਾ ਜਾਵਾਂ। ਤੇ ਇਸ ਤਰ੍ਹਾਂ 2 ਘੰਟੇ 1.5-2 ਘੰਟੇ ਸ਼ਾਮੀ ਵੀ ਆ ਕੇ ਹੋ ਜਾਂਦੀ ਪ੍ਰੈਕਟਿਸ ਤੇ ਰੂਟੀਨ ਚੱਲ ਰਿਹਾ ਬਸ ਇਸ ਤਰ੍ਹਾਂ ਹੀ। ਰੂਟੀਨ ਤਾਂ ਚਲੋ ਤੁਹਾਡੀ ਚੱਲਦੀ ਰਹਿੰਦੀ ਹੈ, ਮੈਨੂੰ ਲੱਗਦਾ ਦਰਸ਼ਕ ਸਾਡੇ ਗੱਲਾਂ ਬਾਤਾਂ ਦਾ ਬਹੁਤ ਧਿਆਨ ਨਾਲ ਤੁਹਾਡੀਆਂ ਸੁਣ ਰਹੇ ਹੋਣਗੇ। ਗੀਤ ਮੈਂ ਚਾਹੂੰਗਾ ਇੱਕ ਹੋਰ ਤੁਸੀਂ ਪੰਜਾਬੀ ਜਿਹੜਾ ਹੈ ਉਹ ਸੁਣਾ ਦਿਓ, ਕਿਉਂਕਿ ਕੈਨੇਡਾ ਅਮਰੀਕਾ ਦੇ ਵਿੱਚ ਸਾਡੇ ਬਹੁਤ ਸਾਰੇ ਦਰਸ਼ਕ ਨੇ ਜਿਹੜੇ ਪੰਜਾਬੀ ਗੀਤ ਵੀ ਤੁਹਾਡੇ ਤੋਂ ਫਰਮਾਇਸ਼ ਕਰਦੇ ਨੇ, ਉਹਨਾਂ ਦਾ ਕੋਈ ਮੁਹੰਮਦ ਰਫੀ ਸਾਹਿਬ ਦਾ ਕੋਈ ਪੰਜਾਬੀ ਗੀਤ ਵੀ ਇੱਕ ਵਾਰ ਹੋਰ ਸੁਣਾ ਦਿਓ। ਜੀ ਜ਼ਰੂਰ ਲਓ ਜੀ। ਸੋ ਇੱਕ ਵਾਰ ਫਿਰ ਤੁਸੀਂ ਮੁਹੰਮਦ ਰਫੀ ਸਾਹਿਬ ਦਾ ਗਾਇਆ ਹੋਇਆ ਗੀਤ ਔਰ ਰਜੇਸ਼ ਭਗਤ ਜੀ ਦੀ ਆਵਾਜ਼ ਦੇ ਵਿੱਚ ਸੁਣੋਗੇ ਜਿਹੜਾ ਪੰਜਾਬੀ ਗੀਤ ਹੈ, ਉਹ ਇੱਕ ਵਾਰ ਫਿਰ ਉਸ ਦਾ ਤੁਸੀਂ ਆਨੰਦ ਮਾਣ ਸਕਦੇ ਹੋ। ਜਿਹੜਾ ਵੇਖ ਲੈਂਦਾ ਯਾਰ ਤੋਂ ਉਹ ਜਿੱਦ ਮਾਰਦਾ, ਗੱਲ ਕਰਨ ਦਾ ਉਹਦਾ ਸੋਨਾ ਟੱਪ ਵੇਖਿਆ ਅਸਾਂ ਯਾਰ ਦੇ ਨਜ਼ਾਰੇ ਵਿੱਚੋਂ ਰੱਬ ਵੇਖਿਆ। ਤਾਂ ਤੁਸੀਂ ਇੱਕ ਹੋਰ ਗੀਤ ਜਿਹੜਾ ਹੈਗਾ ਉਹ ਮੁਹੰਮਦ ਰਫੀ ਸਾਹਿਬ ਦੇ ਖਜ਼ਾਨੇ ਦੇ ਵਿੱਚੋਂ ਜਿਹੜਾ ਰਜੇਸ਼ ਭਗਤ ਜੀ ਦੇ ਵੱਲੋਂ ਸਾਂਭਿਆ ਹੈ ਉਸ ਦਾ ਆਨੰਦ ਮਾਣਿਆ ਹੈ। ਭਗਤ ਜੀ, ਜਿਸ ਤਰੀਕੇ ਦੀਆਂ ਸਾਡੀਆਂ ਗੱਲਾਂ ਬਾਤਾਂ ਚੱਲ ਰਹੀਆਂ, ਮੈਨੂੰ ਇੱਕ ਗੱਲ ਸਮਝ ਆਈ ਹੈ ਵੀ ਤੁਸੀਂ ਆਪਣੀ ਜੌਬ ਦੇ ਤੋਂ ਬਾਅਦ ਜੇ ਦੂਸਰੀ ਚੀਜ਼ ਨੂੰ ਕਿਸੇ ਨੂੰ ਪ੍ਰੈਫਰੈਂਸ ਦਿੰਦੇ ਹੋ ਤਾਂ ਉਹ ਮਿਊਜ਼ਿਕ ਹੀ ਹੈ। ਫੈਮਿਲੀ ਨੇ, ਬੱਚਿਆਂ ਨੇ, ਵਾਈਫ ਨੇ ਕਦੀ ਇੱਦਾਂ ਨਹੀਂ ਕਿਹਾ ਵੀ ਤੁਸੀਂ ਤਾਂ ਸਾਰਾ ਦਿਨ ਮਿਊਜ਼ਿਕ ਦੇ ਦੁਆਲੇ ਹੋ ਰਹੇ ਹੋ ਜਾਂ ਜੌਬ 'ਤੇ ਜਾਂ ਮਿਊਜ਼ਿਕ ਵਾਲੇ ਰੂਮ 'ਚ ਆ ਕੇ ਬੈਠ ਜਾਂਦੇ ਹੋ, ਸਾਡੇ ਲਈ ਟਾਈਮ ਹੀ ਨਹੀਂ ਹੈਗਾ? ਬੱਚੇ ਕਿਵੇਂ ਤੁਹਾਡੇ ਨਾਲ ਮੈਨੇਜ ਕਰਦੇ ਹੋ ਫੈਮਿਲੀ ਦੇ ਨਾਲ? ਹਾਂ ਬਿਲਕੁਲ, ਬਹੁਤ ਸਪੋਰਟ ਹੈ ਫੈਮਿਲੀ ਦੀ, ਕਿਉਂਕਿ ਮੈਂ ਜਦੋਂ ਵੀ ਕਿਤੇ ਪ੍ਰੋਗਰਾਮ 'ਤੇ ਜਾਂਦਾ ਤੇ ਮੇਰੀ ਵਾਈਫ ਵੀ ਤਕਰੀਬਨ ਕਈ ਵਾਰੀ ਨਾਲ ਜਾਂਦੀ ਜਾਂ ਬੇਟਾ ਵੀ ਕਈ ਵਾਰੀ ਨਾਲ ਚਲਾ ਜਾਂਦਾ ਕਿ ਜਿੱਦਾਂ ਆਪਣੇ ਸ਼ਹਿਰ ਤੋਂ ਅਲੱਗ ਕਿਤੇ ਦੂਰ ਜਾਣਾ। ਨਹੀਂ ਤਾਂ ਉਸ ਤੋਂ ਇਲਾਵਾ ਵੀ ਮਤਲਬ ਜਦੋਂ ਮੇਰਾ ਸਵੇਰੇ ਰਿਆਜ਼ ਦਾ ਟਾਈਮ ਇਹਨਾਂ ਨੂੰ ਪਤਾ ਹੈ ਕਿ ਇਹ ਟਾਈਮ ਹੈ ਸ਼ਾਮ ਦਾ ਵੀ, ਮਤਲਬ ਬਹੁਤ ਸਾਰੇ ਕੰਮ ਜਿਹੜੇ ਨੇ ਉਹ ਡਰੋਪ ਇਸ ਕਰਕੇ ਕੀਤੇ ਜਾਂਦੇ ਆ ਕਿ ਮੇਰਾ ਸ਼ਡਿਊਲ ਖ਼ਰਾਬ ਨਾ ਹੋਵੇ। ਹੁਣ ਲੋਕਡਾਊਨ ਦੇ ਦੌਰਾਨ ਜਦੋਂ ਕਿ ਇਹ ਮੈਂ ਪਤਾ ਕਿ ਫੇਸਬੁੱਕ 'ਤੇ ਲਾਈਵ ਹੋਣਾ ਤੇ ਕਈ ਵਾਰੀ ਮੇਰੀ ਤਬੀਅਤ ਇਸ ਤਰ੍ਹਾਂ ਦੀ ਹੋ ਗਈ ਕਿ ਮਤਲਬ 1-2 ਵਾਰੀ ਮੈਨੂੰ ਲੱਗਾ ਕਿ ਮੈਨੂੰ ਥੋੜ੍ਹਾ ਬ੍ਰੇਕ ਦੇਣੀ ਚਾਹੀਦੀ, ਅੱਜ ਨਾ ਕਰਾਂ ਲਾਈਵ ਹੋਵਾਂ, ਪਰ ਬੱਚਿਆਂ ਨੇ, ਬੇਟੀ ਨੇ ਵੀ ਤੇ ਵਾਈਫ ਨੇ ਵੀ ਕਿਹਾ ਨਹੀਂ ਤੁਸੀਂ ਹੋਣਾ, ਭਾਵੇਂ ਤੁਸੀਂ ਥੋੜ੍ਹਾ ਗਾ ਲਓ ਪਰ ਬ੍ਰੇਕ ਨਾ ਦਿਓ, ਕਿਉਂਕਿ ਜਿਹੜੇ ਮੰਨ ਲਓ 8 ਵਜੇ ਵਿਚਾਰੇ ਆ ਕੇ ਬੈਠ ਜਾਂਦੇ ਆ ਉਹਨਾਂ ਦਾ ਦਿਲ ਟੁੱਟੇਗਾ। ਤੇ ਜਦੋਂ ਮੈਂ ਡਿਊਟੀ ਤੋਂ ਆਉਣਾ ਕਈ ਵਾਰੀ ਟਾਈਮ ਨਹੀਂ ਹੁੰਦਾ ਇੰਨਾ, ਤੇ ਆਉਂਦਿਆਂ ਨੂੰ ਉਹਨਾਂ ਨੇ ਮੇਰੇ ਕੱਪੜੇ ਤਿਆਰ ਕਰਕੇ ਰੱਖੇ ਹੁੰਦੇ ਨੇ ਤੇ ਬਿਲਕੁਲ ਸਾਊਂਡ ਸਿਸਟਮ ਵੀ ਬਿਲਕੁਲ ਰੈਡੀ ਕਰਕੇ ਬੇਟੇ ਨੇ ਰੱਖਿਆ ਹੁੰਦਾ ਕਿ ਮਤਲਬ ਉਹ ਮਤਲਬ ਮੇਰਾ ਬ੍ਰੇਕ ਨਾ ਹੋਏ, ਤੇ ਹਮੇਸ਼ਾ ਸਪੋਰਟ ਉਹਨਾਂ ਦੀ ਕਰਦੇ ਨੇ। ਔਰ ਮੈਂ ਤਾਂ ਕਲਾਸੀਕਲ ਵੱਲ ਨੂੰ ਮੂਵ ਹੋਇਆ ਸੀ, ਲੇਕਿਨ ਲਾਈਟ ਵੱਲ ਨੂੰ ਲਿਆਉਣ ਦਾ ਸਿਰਫ ਮੇਰੀ ਵਾਈਫ ਦਾ ਹੀ ਯੋਗਦਾਨ ਹੈ। ਉਹਨੇ ਕਿਹਾ ਕਿ ਤੁਸੀਂ ਲਾਈਟ ਵੱਲ ਨੂੰ ਆਓ, ਮੈਨੂੰ ਜ਼ਬਰਦਸਤੀ ਪੁਸ਼ ਕਰਕੇ ਤੇ ਇਸ ਬੰਨੇ ਮੈਂ ਮਤਲਬ ਲਿਆਂਦਾ ਉਹਨਾਂ ਨੇ।
ਉਸ ਤੋਂ ਇਲਾਵਾ ਇਹ ਆ ਕਿ ਬਾਕੀ ਜਿਹੜੀ ਸਪੋਰਟ ਹੈ ਮਤਲਬ ਗਾਣੇ ਦੇ ਨਾਲ ਬਾਕੀ ਉਹ ਤਾਂ ਹਮੇਸ਼ਾ ਰਹਿੰਦੀ ਹੈ। ਫੈਮਿਲੀ ਦੇ ਵਿੱਚੋਂ ਤੁਹਾਡੇ ਮਗਰ ਜਿੱਦਾਂ ਤੁਸੀਂ ਆਪਣੇ ਪਿਤਾ ਜੀ ਦੇ ਰਾਹ ਤੇ ਤੁਰੇ ਹੋ, ਤੁਹਾਡੇ ਮਗਰ ਤੁਹਾਡੇ ਬੇਟੇ ਬੇਟੀ ਦਾ ਕੋਈ ਹੈ ਰੁਝਾਨ ਮਿਊਜ਼ਿਕ ਦੇ ਵੱਲ ਜਾਂ ਕਿਸੇ ਹੋਰ ਦਾ ਪਰਿਵਾਰ ਦੇ ਵਿੱਚ? ਹਾਂਜੀ ਬੇਟੇ ਮੇਰੇ ਦਾ ਹੈਗਾ ਜੀ, ਅੱਛਾ ਗਾਉਂਦਾ, ਸੁਰੀਲਾ ਗਾਉਂਦਾ, ਵਧੀਆ ਸ਼ੌਕ ਹੈਗਾ ਉਹਨੂੰ, ਬੜਾ ਵਧੀਆ ਗਾਉਂਦਾ, ਅੱਛਾ ਗਾਉਂਦਾ ਜੀ। ਤੇ ਪਰਫਾਰਮ ਜਦੋਂ ਤੁਸੀਂ ਕਰਦੇ ਹੋ ਨਾਲ ਜਾਂਦੇ ਆ, ਕਦੀ ਸਟੇਜ ਤੇ ਪਰਫਾਰਮ ਕਰਦਾ ਬੇਟਾ ਵੀ ਨਾਲ? ਹਾਂ ਕਦੀ ਕਦੀ ਕਰਦਾ, ਪਰ ਜ਼ਿਆਦਾ ਸ਼ਰਮਾਊ ਹੈ, ਜ਼ਿਆਦਾ ਨਹੀਂ। ਮਤਲਬ ਉਹ ਗਿਟਾਰ ਦੀ ਗਾਇਕੀ ਅੱਜ ਕੱਲ੍ਹ ਦੀ ਤੁਹਾਨੂੰ ਪਤਾ ਨਵੀਂ ਪੀੜ੍ਹੀ ਦੀ, ਤੇ ਉਹ ਆਪਣੇ ਤੱਕ ਹੀ ਸੀਮਤ ਰਹਿੰਦਾ, ਪਰ ਇਹ ਆ ਕਿ ਕਦੀ ਕਦੀ ਕਰਦਾ, ਪਰ ਜ਼ਿਆਦਾ ਸੰਕੋਚ ਕਰਦਾ। ਭਾਈ ਜੀ ਮਿਊਜ਼ਿਕ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਸ਼ੌਂਕ ਨੇ ਤੁਸੀਂ? ਕਿਹੜਾ ਜਿਹੜਾ ਕੰਮ ਹੈ ਮਿਊਜ਼ਿਕ ਤੋਂ ਬਾਅਦ, ਕਿਹੜਾ ਕੰਮ ਹੈ ਜਿਹੜਾ ਤੁਸੀਂ ਆਪਣੇ ਵਿਹਲੇ ਟਾਈਮ ਦੇ ਵਿੱਚ ਜਿੱਥੇ ਆਪਣਾ ਟਾਈਮ ਜਿਹੜਾ ਇਨਵੈਸਟ ਕਰਦੇ? ਮੈਂ ਸਰ ਇਸ ਤੋਂ ਇਲਾਵਾ ਕੁਛ ਨਾ ਕੁਛ ਮਤਲਬ ਮੈਂ ਥੋੜ੍ਹਾ ਧਾਰਮਿਕ ਕਿਸਮ ਦਾ ਆਦਮੀ ਹਾਂ। ਮੈਂ ਕੁਛ ਆਪਣਾ ਸਿਮਰਨ ਵਾਸਤੇ ਟਾਈਮ ਕੱਢਦਾ ਜਾਂ ਕੋਸ਼ਿਸ਼ ਕਰਦਾ ਕਿ ਸੇਵਾ ਜਿੱਥੇ ਮੇਰੀ ਕੁਝ ਕਿੱਥੇ ਯੋਗਦਾਨ ਪਾ ਸਕਾਂ ਉਹ ਕੋਸ਼ਿਸ਼ ਕਰੀਦੀ ਹੈ। ਉਸ ਤੋਂ ਇਲਾਵਾ ਮੈਂ ਬੱਚਿਆਂ ਨਾਲ ਵੀ ਮੈਂ ਬੜਾ ਟਾਈਮ, ਜਿਸ ਤਰ੍ਹਾਂ ਬੇਟੀ ਹੈ ਅਤੇ ਬੇਟੀ ਨਾਲ ਕੈਰਮ ਪਹਿਲਾਂ ਖੇਡਦੇ ਸੀ, ਅੱਜ ਕੱਲ੍ਹ ਲੂਡੋ ਹੁਣ ਚੱਲ ਰਹੀ ਹੈ, ਮੋਬਾਈਲ 'ਤੇ ਆ ਗਈ ਹੈ, ਉਹ ਖੇਡਣੀ ਹੈ। ਕਈ ਵਾਰੀ ਜਦੋਂ ਰਾਤੀ ਟਾਈਮ ਮਿਲੇ ਤਾਂ ਅਸੀਂ ਚਾਰੇ ਜਿਹੜੇ ਨੇ, ਦੋਨੇ ਬੱਚੇ ਵੀ ਵਾਈਫ ਵੀ, ਅਸੀਂ ਚਾਰੇ ਅਸੀਂ ਖੇਡਣ ਲੱਗ ਜਾਂਦੇ ਹਾਂ। ਉਸ ਤੋਂ ਇਲਾਵਾ ਮੈਨੂੰ ਕੁਕਿੰਗ ਦਾ ਸ਼ੌਂਕ ਹੈ ਜੀ। ਅਸੀਂ ਘਰ ਵੀ ਅਸੀਂ ਬੜਾ ਦੇਸੀ ਤਰੀਕੇ ਨਾਲ ਨਾ, ਅਸੀਂ ਜੋ ਪੁਰਾਣੇ ਜ਼ਮਾਨੇ 'ਚ ਹੁੰਦਾ ਸੀ ਨਾ ਤੌੜੀ ਦੀ ਦਾਲ ਵਗੈਰਾ, ਜਿਹੜੇ ਗੋਹੇ ਜਿਹੜੇ ਅਸੀਂ ਪਾਥੀਆਂ ਦੇ ਨਾਲ, ਅਜੇ ਵੀ ਉੱਪਰ ਅਸੀਂ ਪੂਰਾ ਸ਼ਹਿਰ 'ਚ ਰਹਿ ਕੇ ਵੀ ਜੁਗਾੜ ਰੱਖਿਆ, ਉਹਦੇ 'ਤੇ ਅੱਜ ਵੀ ਦਾਲ ਮਤਲਬ ਅਸੀਂ ਰੱਖੀ ਹੋਈ ਹੈ। ਭੜੋਲੀ ਦੇ ਵਿੱਚ ਦਾਲ ਰੱਖਦੇ ਨੇ, ਉਹ 4-5 ਘੰਟੇ 'ਚ ਤਿਆਰ ਹੁੰਦੀ, ਬੜੀ ਸਲੋ। ਤੰਦੂਰ ਰੱਖਿਆ, ਅਤੇ ਸ਼ੌਕੀਆ ਕਈ ਵਾਰ ਤੰਦੂਰ ਉੱਪਰ ਕੁਲਚੇ ਜਾਂ ਨਾਨ ਵੀ ਆਪਣੇ ਘਰ ਆਪਣੇ ਵਾਸਤੇ ਬਣਾਈਦੇ ਆ। ਅਤੇ ਕੁਕਿੰਗ ਹੋਰ ਵੀ ਬੱਚੇ ਕਈ ਵਾਰੀ ਕਹਿੰਦੇ ਨੇ ਕਿ ਆਹ ਬਣਾਈਏ ਉਹ ਬਣਾਈਏ, ਫਿਰ ਮੈਂ ਅਤੇ ਬੇਟਾ ਕਦੀ ਜਾਂ ਬੇਟੀ ਅਸੀਂ ਕਿਚਨ 'ਚ ਕੁਛ ਨਾ ਕੁਛ ਆਪਣੀ ਮਰਜ਼ੀ ਦਾ ਕੁਛ ਬਣਾਉਂਦੇ ਰਹਿੰਦਾ, ਬੜਾ ਅੱਛਾ ਟਾਈਮ ਪਾਸ ਹੁੰਦਾ। ਸਾਰੀ ਲਾਈਫ ਤੁਸੀਂ ਇੱਕ ਹਿਸਾਬ ਦੀ ਮਿਊਜ਼ਿਕ ਨੂੰ ਦੇ ਦਿੱਤੀ ਹੈ, ਫੈਮਿਲੀ ਵੀ ਆਪਣੀ ਜਿਹੜੀ ਹੈ ਉਹਨਾਂ ਨੂੰ ਵੀ ਮੇਨਟੇਨ ਰੱਖਿਆ। ਕਦੀ ਇੱਦਾਂ ਦਾ ਮੌਕਾ ਆਇਆ ਸੀਗਾ ਤੁਸੀਂ ਸਟੇਜ 'ਤੇ ਪਰਫਾਰਮ ਕਰਕੇ ਹਟੇ ਤਾਂ ਕਿਸੇ ਸ਼ਖਸ ਦੇ ਵੱਲੋਂ ਤੁਹਾਨੂੰ ਆ ਕੇ ਕਿਹਾ ਗਿਆ ਵੀ ਆਹ ਤਾਂ ਸਾਨੂੰ ਦੂਸਰਾ ਮੁਹੰਮਦ ਰਫੀ ਮਿਲ ਗਿਆ? ਕਦੀ ਇੱਦਾਂ ਦਾ ਕੋਈ ਮੂਮੈਂਟ ਲਾਈਫ ਦੇ ਵਿੱਚ ਆਈ? ਸਰ ਹਮੇਸ਼ਾ ਹੀ ਆਉਂਦੀ ਹੈ, ਪਰ ਮੈਂ ਨਾ ਆਪਣੇ ਆਪ ਨੂੰ ਮਤਲਬ ਮੈਨੂੰ ਸ਼ਰਮ ਮਹਿਸੂਸ ਕਰਦਾ, ਕਿਉਂਕਿ ਮੇਰੇ ਜਿਹੜੇ ਨਾ ਮੈਂ ਕਮੈਂਟਸ ਦੱਸਾਂ ਨਾ, ਜਿਹੜੇ ਕਿ ਫੇਸਬੁੱਕ ਜਾਂ ਇਹ ਸ਼ੁਰੂ ਤੋਂ ਹੀ ਆ ਰਹੇ ਨੇ, ਅਤੇ ਲੋਕ ਮਤਲਬ ਮੈਨੂੰ ਰਫੀ ਸਾਹਿਬ ਨਾਲ ਜੋੜਦੇ ਨੇ ਬਹੁਤ ਜ਼ਿਆਦਾ, ਕਿ ਉਹ ਕਹਿੰਦੇ ਉਹੀ ਆਵਾਜ਼ ਹੈ ਸਾਰਾ ਕੁਛ। ਪਰ ਮੈਂ ਸੋਚਦਾ ਕਿ ਸ਼ਾਇਦ ਰਫੀ ਸਾਹਿਬ ਤੇ ਦੁਬਾਰਾ ਨਹੀਂ ਹੋਣਗੇ, ਪਰ ਕਈ ਵਾਰੀ ਮੈਨੂੰ ਲੱਗਦਾ ਕਿ ਮੈਂ ਜਦੋਂ ਅਸੀਂ ਸਟੇਜ 'ਤੇ ਜਾਈਏ, ਲੋਕ ਜਦੋਂ ਥੱਲੇ ਉਤਰੀਦਾ ਉਦੋਂ ਆਟੋਗ੍ਰਾਫ ਮੰਗਦੇ ਨੇ, ਔਰ ਫੋਟੋਗ੍ਰਾਫ ਇੰਨੀਆਂ ਫੋਟੋ ਖਿਚਾਉਣ ਵਾਲੇ ਇੰਨੇ ਕੁ ਹੁੰਦੇ ਨੇ ਕਿ ਲਾਈਨ ਲੱਗ ਜਾਂਦੀ ਹੈ, ਔਰ ਜਦੋਂ ਜਾਣਾ ਤਾਂ ਬਹੁਤ ਜ਼ਿਆਦਾ ਲੋਕ ਪੈਰਾਂ ਨੂੰ ਵੀ ਪੈਂਦੇ ਨੇ, ਅਤੇ ਉਹ ਮਤਲਬ ਲੱਗਦਾ ਕਿ ਮਤਲਬ ਕਈ ਵਾਰੀ ਇਹ ਮਹਿਸੂਸ ਹੁੰਦਾ ਹੈ ਕਿ ਇੰਨੀ ਸ਼ੋਹਰਤ ਦੇ ਮੈਂ ਕਾਬਲ ਤਾਂ ਨਹੀਂ ਹਾਂ ਬਿਲਕੁਲ ਵੀ, ਪਰ ਇਹ ਲੱਗਦਾ ਕਿ ਜਿਹੜੀ ਮਿਹਨਤ ਕੀਤੀ ਨਾ ਸੱਚੇ ਦਿਲ ਨਾਲ, ਉਹਦਾ ਫਲ ਜ਼ਰੂਰ ਮਿਲਦਾ। ਕਈ ਵਾਰ ਮਹਿਸੂਸ ਕਰੀਦਾ ਕਿ ਉਹਦਾ ਫਲ ਮਿਲਿਆ ਹੈ। ਅਸੀਂ ਇਸ ਇੰਟਰਵਿਊ ਨੂੰ ਇਹਦੇ ਆਖਰੀ ਪੜਾਅ ਦੇ ਵੱਲ ਵਧਦੇ ਹਾਂ, ਪਰ ਉਸ ਤੋਂ ਪਹਿਲਾਂ ਮੈਂ ਚਾਹੂੰਗਾ ਇੱਕ ਹੋਰ ਗੀਤ ਤੁਸੀਂ ਮੁਹੰਮਦ ਰਫੀ ਸਾਹਿਬ ਦਾ ਜਿਹੜਾ ਸਾਡੇ ਦਰਸ਼ਕਾਂ ਨੂੰ ਸੁਣਾ ਦਿਓ। ਜੀ ਬਿਲਕੁਲ ਜ਼ਰੂਰ। ਤਾਂ ਤੁਸੀਂ ਇੱਕ ਹੋਰ ਗੀਤ ਇਸ ਇੰਟਰਵਿਊ ਦੇ ਮਾਈਂਡ ਅਪ ਹੋਣ ਤੋਂ ਪਹਿਲਾਂ ਗੀਤ ਦਾ ਆਨੰਦ ਮਾਣ ਸਕਦੇ ਹੋ, ਰਜੇਸ਼ ਭਗਤ ਜੀ ਦੀ ਆਵਾਜ਼ ਦੇ ਵਿੱਚ ਜਿਹੜਾ ਗੀਤ ਮੁਹੰਮਦ ਰਫੀ ਸਾਹਿਬ ਜੀ ਦੇ ਵੱਲੋਂ ਗਾਇਆ ਹੋਇਆ। ਬਹੁਤ ਖੂਬ। ਕੁਝ ਮਿੰਟ ਤੁਹਾਡੇ ਹੋਰ ਮੈਂ ਲਵਾਂਗਾ। ਅੱਜ ਦੀ ਪੀੜ੍ਹੀ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਕਿਉਂਕਿ ਅੱਜ ਤਾਂ ਮੈਨੂੰ ਲੱਗਦਾ ਸਾਰਾ ਟੈਕਨੋਲੋਜੀ ਜਿਹੜੀ ਇੰਨੀ ਵੱਧ ਗਈ ਹੈ ਵੀ ਮਿਊਜ਼ਿਕ ਸਾਰਾ ਟੈਕਨੋਲੋਜੀ ਦੇ ਉੱਤੇ ਨਿਰਭਰ ਹੋ ਗਿਆ। ਪਹਿਲਾਂ ਸਾਜ਼ ਵੱਜਦੇ ਸੀਗੇ, ਅੱਜ ਮੈਨੂੰ ਲੱਗਦਾ ਕੀਬੋਰਡ ਦੇ ਵਿੱਚੋਂ ਹੀ ਜਾਂ ਕੰਪਿਊਟਰ ਦੇ ਵਿੱਚੋਂ ਹੀ ਸਾਰਾ ਕੁਝ ਤਿਆਰ ਹੋ ਜਾਂਦਾ। ਕਹਿੰਦੇ ਉਹ ਵੀ ਪੰਜਾਬ ਦੇ ਵਿੱਚ ਸਿੰਗਰ ਬਣ ਰਿਹਾ ਜਿਹਨੂੰ ਸੁਰ ਦੀ ਏ ਵੀ ਨਹੀਂ ਪਤਾ ਜਾਂ ਊੜਾ ਵੀ ਨਹੀਂ ਪਤਾ। ਕਿੱਦਾਂ ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ? ਜੀ ਮੈਂ ਤਾਂ ਇਹੀ ਸੋਚਦਾ ਕਿ ਤੁਸੀਂ ਠੀਕ ਕਹਿ ਰਹੇ ਹੋ, ਪਰ ਬਿਨਾਂ ਸਿੱਖਣ ਤਾਂ ਬਹੁਤ ਦੂਰ ਦੀ ਗੱਲ। ਜਿਹਨੇ ਸਿੱਖਿਆ, ਅਗਰ ਉਹ ਸਿੱਖ ਕੇ ਰਿਆਜ਼ ਨਹੀਂ ਕਰਦਾ ਤਾਂ ਫਿਰ ਵੀ ਗਾਣਾ ਬੜਾ ਮੁਸ਼ਕਿਲ ਹੈ। ਮਤਲਬ ਮਿਊਜ਼ਿਕ ਐਸੀ ਚੀਜ਼ ਹੈ ਕਿ ਤੁਸੀਂ, ਜੇ ਉਹ ਕਹਿੰਦੇ ਸੀ ਨਾ ਕਿ ਅਕਬਰ ਬਾਦਸ਼ਾਹ ਨੂੰ ਇੱਕ ਵਾਰੀ ਨੇ ਕਿਹਾ ਉਹਨਾਂ ਨੂੰ, ਤਾਨਸੈਨ ਨੂੰ, ਕਿ ਤਾਨਸੈਨ ਅੱਜ ਤੇਰੇ ਗਾਣੇ 'ਚ ਉਹ ਰਸ ਨੇ। ਕਹਿੰਦੇ ਕੀ ਗੱਲ? ਕਹਿੰਦੇ ਅੱਜ ਮੈਂ ਰਿਆਜ਼ ਨਹੀਂ ਕੀਤਾ ਜੀ। ਉਹ ਕਹਿੰਦੇ ਕਿ ਜਿਹੜਾ ਮੈਨੂੰ ਪਤਾ ਲੱਗਿਆ ਤੂੰ ਰਿਆਜ਼ ਨਹੀਂ ਕੀਤਾ, ਤੇਰੇ ਗਾਣੇ 'ਚ ਅੱਜ ਰਸ ਨਹੀਂ। ਇਹਦਾ ਮਤਲਬ ਕਿ ਗਾਣਾ ਇੱਕ ਐਸੀ ਚੀਜ਼ ਕਿ ਰਿਆਜ਼ ਬਹੁਤ ਜ਼ਰੂਰੀ ਹੈ। ਉਸ ਤੋਂ ਇਲਾਵਾ ਸਿੱਖਣਾ ਤਾਂ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਜੇ ਕੋਈ ਸਿੱਖ ਕੇ ਗਲਤ ਰਿਆਜ਼ ਕਰਕੇ ਗਾਏਗਾ ਤਾਂ ਫਿਰ ਵੀ ਜਿਹੜਾ ਉਹ ਠੀਕ ਨਹੀਂ ਹੈ। ਇਸ ਕਰਕੇ ਪਹਿਲੀ ਗੱਲ ਤਾਂ ਸਿੱਖਣਾ ਬਹੁਤ ਜ਼ਰੂਰੀ ਮਿਊਜ਼ਿਕ, ਫਿਰ ਰਿਆਜ਼ ਕਰਨਾ ਬਹੁਤ ਜ਼ਰੂਰੀ ਹੈ। ਔਰ ਸਿੱਖਣ ਤੋਂ ਬਿਨਾਂ ਜਿਹੜਾ ਉਹ ਗਾਣਾ ਤਾਂ ਫਿਰ ਇੱਕ ਕਹਿ ਸਕਦੇ ਹਾਂ ਲੌਂਗ ਲਾਈਫ ਨਹੀਂ ਹੈ। ਥੋੜ੍ਹੀ ਦੇਰ ਲਈ ਕੋਈ ਮਤਲਬ ਕੋਈ ਹਿੱਟ ਹੋਇਆ ਅਤੇ ਉਸ ਤੋਂ ਬਾਅਦ ਇੱਕ ਜਿਹੜੀ ਇਹ ਮਾਨਸਿਕ ਸਕੂਨ ਦਿੰਦੀ ਉਹ ਤਾਂ ਸੁਰ ਹੀ ਦੇ ਸਕਦਾ, ਕਿ ਜਿਹੜਾ ਜਿਹਨੂੰ ਬਰੀਕੀ ਨਾਲ ਅਸੀਂ ਪੋਲਿਸ਼ ਕੀਤਾ ਹੋਏਗਾ, ਪੁਖਤਗੀ ਆਵਾਜ਼ ਦੇ ਵਿੱਚ ਤਾਂ ਉਹ ਸਿੱਖ ਕੇ ਆਉਂਦੀ ਹੈ। ਔਰ ਮੈਂ ਤਾਂ ਇਹੀ ਨਵੀਂ ਪੀੜ੍ਹੀ ਨੂੰ ਕਹਿਣਾ ਕਿ ਗਾਓ, ਲੇਕਿਨ ਸਿੱਖ ਕੇ ਗਾਓ। ਕਿਸੇ ਉਸਤਾਦ ਕੋਲੋਂ ਤਾਲੀਮ, ਪਹਿਲੋਂ ਕਲਾਸੀਕਲ ਸ਼ਾਸਤਰੀ ਸੰਗੀਤ ਜਿਹੜਾ ਵਿਧੀ ਪੂਰਵਕ ਸਿੱਖ ਕੇ ਫਿਰ ਕੁਛ ਵੀ ਗਾਓ ਤੁਸੀਂ, ਹੈ ਨਾ।
ਕਿਉਂਕਿ ਇੱਕ ਵਾਰੀ ਜਿਹੜਾ ਤੁਸੀਂ ਗਾ ਲਿਆ ਤੇ ਫਿਰ ਤੇ ਤੁਹਾਨੂੰ ਕਿਸੇ ਤਰ੍ਹਾਂ ਤੁਸੀਂ ਕਲਾਸੀਕਲ ਗਾਓ, ਲਾਈਟ ਗਾਓ, ਗਜ਼ਲ ਗਾਓ, ਪੰਜਾਬੀ ਗਾਓ, ਕਿ ਗਾਣੇ ਦੇ ਵਿੱਚ ਨੇ ਉਹ ਤੁਹਾਡੇ ਵਿੱਚ ਉਹ ਚੀਜ਼ ਉਹੀ ਰਹੇਗੀ, ਉਹ ਚੀਜ਼ ਆਏਗੀ। ਹੁਣ ਅੱਜ ਹੁਣ ਰਫੀ ਸਾਹਿਬ ਕੁਛ ਵੀ ਗਾਉਂਦੇ, ਲਤਾ ਜੀ ਵੀ ਭਾਵੇਂ ਪੰਜਾਬੀ ਗਾਣ, ਕੋਈ ਵੀ ਗਾਣ, ਤਾਂ ਉਹ ਆਵਾਜ਼ ਤਾਂ ਉਹੀ ਰਹਿਣੀ, ਉਹ ਚੀਜ਼ ਉਹੀ ਆਉਣੀ ਹੈ ਨਾ। ਲੈਵਲ ਜਿਹੜਾ ਜਿਹੜਾ ਉਹ ਗਾਇਕੀ ਦਾ ਉਹੀ ਰਹਿਣਾ, ਤੇ ਇਸ ਕਰਕੇ ਸਿੱਖਣਾ ਬਹੁਤ ਜ਼ਰੂਰੀ ਹੈ। ਹੁਣ ਤੁਸੀਂ ਸਿੱਖਣ ਦੀ ਗੱਲ ਕੀਤੀ ਹੈ, ਬਹੁਤ ਸਾਰੇ ਦਰਸ਼ਕ ਮੁੰਡੇ ਕੁੜੀਆਂ ਵੀ ਇਸ ਇੰਟਰਵਿਊ ਨੂੰ ਦੇਖ ਰਹੇ ਹੋਣਗੇ। ਕਿਸੇ ਦਾ ਦਿਲ ਕਰ ਵੀ ਜਾਊਗਾ, ਜੇ ਕੋਈ ਅੰਮ੍ਰਿਤਸਰ ਦਾ ਲੋਕਲ ਹੋਊਗਾ, ਵੀ ਅਸੀਂ ਵੀ ਰਜੇਸ਼ ਭਗਤ ਜੀ ਦੇ ਕੋਲ ਜਾਈਏ, ਕੋਈ ਕਲਾਸ ਲਈਏ, ਕਲਾਸੀਕਲ ਮਿਊਜ਼ਿਕ ਸਿੱਖੀਏ। ਸਮਾਂ ਹੈ ਜਾਂ ਕੁਛ ਇੱਦਾਂ ਦਾ ਪਲਾਨ ਕਰਦੇ ਹੋ ਤੁਸੀਂ, ਬੱਚਿਆਂ ਨੂੰ ਸਿਖਾਉਂਦੇ ਹੋ? ਨਹੀਂ ਸਰ, ਮੇਰੇ ਕੋਲ ਅਸਲ 'ਚ ਮੇਰੀ ਮਜਬੂਰੀ, ਮੇਰੇ ਕੋਲ ਸਮਾਂ ਨਹੀਂ ਹੁੰਦਾ। ਮੈਂ ਤੁਹਾਨੂੰ ਦੱਸਿਆ ਨਾ ਕਿ ਸਵੇਰੇ ਰੂਟੀਨ ਜਿਸ ਤਰ੍ਹਾਂ ਮੈਂ ਆਪਣਾ ਰਿਆਜ਼ ਕਰਕੇ ਮੈਂ ਬ੍ਰੇਕਫਾਸਟ ਕਰਕੇ ਆਫਿਸ ਚੱਲ ਜਾਣਾ, ਔਰ ਸ਼ਾਮੀ ਆਉਣਾ, ਸ਼ਾਮੀ ਆ ਕੇ ਵੀ ਟਾਈਮ ਇੰਨਾ ਕੀ ਹੁੰਦਾ, ਅਤੇ ਛੁੱਟੀ ਵਾਲੇ ਦਿਨ ਵੀ ਕੋਈ ਨਾ ਕੋਈ ਘਰ ਦੇ ਕੰਮ ਹੀ ਨਹੀਂ। ਅਤੇ ਮੈਂ ਸਿਖਾਉਣ ਦਾ ਜਿਹੜਾ ਮੇਰਾ ਮੈਂ ਚਾਹਵਾਂ ਵੀ ਤਾਂ ਹੋ ਨਹੀਂ ਸਕਦਾ। ਉਹ ਤਾਂ ਹੋ ਸਕਦਾ ਸੀ ਕਿ ਜਿਹੜਾ ਮੇਰਾ ਪ੍ਰੋਫੈਸ਼ਨ ਵੀ ਜੀ ਇਹ ਹੁੰਦਾ, ਲੇਕਿਨ ਮੇਰਾ ਪ੍ਰੋਫੈਸ਼ਨ ਦੂਸਰਾ, ਪ੍ਰੋਫੈਸ਼ਨ ਮੇਰਾ ਹੋਰ ਹੈ, ਇਹ ਮੇਰਾ ਪੈਸ਼ਨ ਹੈ, ਇਸ ਕਰਕੇ ਮੇਰੇ ਕੋਲ ਸਿਖਾਉਣ ਦਾ ਟਾਈਮ ਨਹੀਂ ਮਿਲਦਾ। ਸੋ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ, ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਔਰ ਜਿਹੜੇ ਮੁਹੰਮਦ ਰਫੀ ਸਾਹਿਬ ਦਾ ਖਜ਼ਾਨਾ ਤੁਸੀਂ ਸਾਂਭਿਆ, ਉਹ ਆਪਣੀ ਆਵਾਜ਼ ਦੇ ਵਿੱਚ ਸਾਨੂੰ ਸੁਣਾਇਆ, ਉਹ ਸੁਣ ਕੇ ਅਸੀਂ ਵੀ ਆਨੰਦ ਮਾਣਿਆ, ਹਮਦਰਦ ਟੀਵੀ ਦੇ ਸਾਰੇ ਦਰਸ਼ਕਾਂ ਦੇ ਵੱਲੋਂ ਵੀ ਉਸਦਾ ਆਨੰਦ ਮਾਣਿਆ ਗਿਆ। ਸੋ ਜਿਸ ਪ੍ਰਕਾਰ ਇਹਨਾਂ ਦੇ ਵੱਲੋਂ ਮੁਹੰਮਦ ਰਫੀ ਸਾਹਿਬ ਨੂੰ ਆਪਣਾ ਉਸਤਾਦ, ਆਪਣੇ ਗੁਰੂ ਜੀ ਮੰਨ ਕੇ ਮਿਊਜ਼ਿਕ ਦੀ ਆਪਣੇ ਉਸਤਾਦ ਤੋਂ ਤਾਲੀਮ ਲਈ, ਤਾਲੀਮ ਲੈਣ ਤੋਂ ਬਾਅਦ ਇਸ ਨੂੰ ਆਪਣਾ ਸ਼ੌਂਕ ਦੇ ਵਜੋਂ ਜਿਹੜਾ ਉਹ ਲਗਾਤਾਰ ਬਰਕਰਾਰ ਰੱਖਿਆ, ਪਰਿਵਾਰ ਦਾ ਪਾਲਣ ਪੋਸ਼ਣ ਵੀ ਕੀਤਾ, ਆਪਣੇ ਕਿੱਤੇ ਨੂੰ ਵੀ ਬਾਖੂਬੀ ਨਿਭਾਇਆ, ਅਤੇ ਇਸ ਉਮਰ ਦੇ ਵਿੱਚ ਮਿਊਜ਼ਿਕ ਜਿਹੜਾ, ਸੰਗੀਤ ਦੇ ਨਾਲ ਜਿਹੜਾ ਪਿਆਰ ਹੈ ਉਸ ਨੂੰ ਵੀ ਬਰਕਰਾਰ ਰੱਖਿਆ ਹੈ। ਸੋ ਇਹ ਵੀ ਵਧਾਈ ਦੇ ਪਾਤਰ ਨੇ। ਔਰ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਮੁਹੰਮਦ ਰਫੀ ਸਾਹਿਬ ਦੀ ਇੱਕ ਇੱਜ਼ਤ, ਮੈਂ ਕਹਿ ਸਕਦਾ, ਜਿਹੜਾ ਸਨਮਾਨ ਉਹਨਾਂ ਨੂੰ ਇਸ ਗਾਇਕੀ ਦੇ ਰਾਹੀਂ ਲੋਕਾਂ ਨੂੰ ਉਹਨਾਂ ਦੇ ਗੀਤ ਸੁਣਾ ਕੇ ਜਿਹੜਾ ਦਿੱਤਾ ਜਾ ਰਿਹਾ, ਉਹ ਲਗਾਤਾਰ ਮੈਂ ਚਾਹੂੰਗਾ ਵੀ ਪ੍ਰਮਾਤਮਾ ਕਰੇ ਇਹਨਾਂ ਦਾ ਵੀ ਉਹ ਜਾਰੀ ਰਹੇ, ਨਿਰਵਿਘਨ ਜਾਰੀ ਰਹੇ, ਔਰ ਇਹਨਾਂ ਨੂੰ ਪ੍ਰਮਾਤਮਾ ਜਿਹੜਾ ਬਲ ਹੈ ਅਤੇ ਸੁਮਤ ਜਿਹੜੀ ਹੈ ਇੱਦਾਂ ਦੀ ਬਖਸ਼ਦੇ ਰਹੇ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ ਟੀਵੀ, ਅੰਮ੍ਰਿਤਸਰ।